ਜਦੋਂ ਸਾਡਾ ਵਰਤਮਾਨ ਅਤੀਤ ਬਣ ਜਾਂਦਾ ਹੈ ਨਾ, ਉਹ ਪਿੱਛੇ ਨਹੀਂ ਰਹਿੰਦਾ, ਉਹ ਫਿਰ ਵੀ ਸਾਡੇ ਨਾਲ ਤੁਰਦਾ ਨਾਲੇ ਤੁਰਦਾ। ਸੋ ਮੇਰਾ ਕਿਤੇ ਧੁਰ ਅੰਦਰੋਂ ਆਪਣੇ ਪਿਛੋਕੜ ਨਾਲ ਬਹੁਤ ਮਨ ਜੁੜਿਆ ਹੋਇਆ। ਹਾਲਾਂਕਿ ਮੈਂ ਪਿੰਡ 'ਚ ਕੁੱਲ ਮਿਲਾ ਕੇ ਸਹੁਰੇ ਪੇਕੇ 12-14 ਸਾਲ ਰਹੀ ਹੋਊਗੀ। ਸੋ ਬਾਲ ਸੰਦੇਸ਼ ਪੜ੍ਹਦੀ ਮੈਂ ਕਿਵੇਂ ਵੀਰ ਦੀਆਂ ਕਿਤਾਬਾਂ ਵੀ ਪੜ੍ਹਨ ਲੱਗੀ। ਮੈਂ 5ਵੀਂ 'ਚ ਪੜ੍ਹਦੀ ਨੇ ਮੁਨਸ਼ੀ ਪ੍ਰੇਮ ਚੰਦ ਦਾ ਨਾਵਲ ਨਿਰਮਲਾ ਪੜ੍ਹ ਲਿਆ ਸੀਗਾ। ਅੱਛਾ, ਮੇਰੀਆਂ ਉਹ ਨਜ਼ਮਾਂ ਇਹੋ ਜਿਹੀਆਂ ਸੀ, ਅਖਬਾਰਾਂ ਨੇ ਉਹ ਛਾਪਣੀਆਂ ਵੀ ਨਹੀਂ ਸੀਗੀਆਂ। ਇਹ ਫਿਰ ਮੇਰੀਆਂ ਸਿੱਖ ਵਿਰਸਾ ਕੈਨੇਡਾ ਅਤੇ ਸੰਤ ਸਿਪਾਹੀ ਅੰਮ੍ਰਿਤਸਰ ਤੋਂ ਬਹੁਤ ਛਪੀਆਂ। ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋ ਗਈ, ਫਿਰ ਸਹੁਰੇ ਘਰ 'ਚ ਮੌਤਾਂ ਨੇ ਮੈਨੂੰ ਘੇਰੀ ਰੱਖਿਆ। ਮਤਲਬ ਮੈਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਬੇਟੇ ਦੇ ਤੁਰ ਜਾਣ ਤੋਂ ਬਾਅਦ ਮੈਨੂੰ ਦੁਨੀਆ ਉਜਾੜ ਲੱਗੀ। ਜਾਂ ਮੈਨੂੰ ਲੱਗਿਆ ਵੀ ਮੇਰੀ ਡੰਗੋਰੀ ਖੁੱਸ ਗਈ, ਹੁਣ ਮੈਂ ਜਿਉਣਾ ਨਹੀਂ, ਮੈਂ ਪੱਕਾ ਠਾਣ ਲਿਆ। ਲੇਕਿਨ ਆ ਮਾਸੂਮ ਬੱਚਿਆਂ ਦੇ ਮੂੰਹਾਂ ਵੱਲ ਦੇਖ ਕੇ, ਆਪਣੀ ਜਵਾਨ ਨੂੰਹ ਵੱਲ ਦੇਖ ਕੇ, ਬੱਚੇ ਬੇਟੀ ਪੋਤੀ 7 ਮਹੀਨਿਆਂ ਦੀ ਸੀ, ਪੋਤਾ 2 ਸਾਲ ਦਾ, ਵੀ ਇਹ ਵੀ ਪਾਲਣੇ ਨੇ। ਦੇਖੋ ਵੀ ਦੁਨੀਆ ਵਾਲਿਓ, ਪਈ ਕਹੀ ਹਨੇਰੀ ਝੁੱਲ, ਦਿੱਤੇ ਸ਼ੇਰ ਪੁੱਤਰ ਦੇ ਬਦਲੇ ਮਾਪਿਆਂ ਨੂੰ ਮੁੱਠੀ ਕੁ ਫੁੱਲ। ਮੈਂ ਕਹਿੰਦੀ ਹੁੰਦੀ ਹਾਂ, ਮੇਰੀ ਤੇ ਮੇਰੀ ਤਕਦੀਰ ਦੀ ਬਸ ਇਹੋ ਜੰਗ ਹੈ। ਉਹ ਮੇਰੇ ਹੌਸਲੇ, ਮੈਂ ਉਹਦੇ ਫੈਸਲਿਆਂ ਤੋਂ ਤੰਗ ਹਾਂ, ਉਹ ਮੇਰੇ ਹੌਸਲਿਆਂ ਤੋਂ ਤੰਗ ਹਾਂ। ਕਹਿੰਦੇ ਹੁੰਦੇ ਸੀ, ਸੱਪ ਤੋਂ ਨਾ ਡਰਦੀ, ਸੀਂਹ ਤੋਂ ਨਾ ਡਰਦੀ, ਤਪਕੂਏ ਤੋਂ ਡਰਦੀ। ਤਪਕੂਆ ਮਤਲਬ ਜਿਹੜਾ ਤਿਪ ਪਾਣੀ 'ਚ ਆਉਂਦਾ ਹੈ। ਉੱਚਾ ਵਿਹੜਾ ਵੇ ਚਰਖਾ ਕੱਤਦੀ ਵੀਰਾ, ਅੱਜ ਆ ਜਾ ਕੱਲ੍ਹ ਨੂੰ ਆ ਜਾ, ਪਰਸੋਂ ਨੂੰ ਆਈ ਵੇ ਕੰਮ ਜ਼ਰੂਰੇ। ਵੀ ਮਤਲਬ ਕਦੇ ਵੀ ਆ ਜਾ, ਮੈਨੂੰ ਬਹੁਤ ਜ਼ਰੂਰੀ ਕੰਮ ਹੈ। ਇੱਕ ਤਾਂ ਹੁੰਦਾ ਸੋਚਿਆ ਹੁੰਦਾ ਵੀ ਕੋਈ ਬਿਮਾਰ ਹੈ, ਇਹਨੇ ਚਲਿਆ ਜਾਣਾ। ਜਦੋਂ ਅਚਾਨਕ ਸਾਨੂੰ ਹੋਣੀ ਘੇਰਦੀ ਆ ਨਾ, ਉਹ ਬਹੁਤ ਔਖਾ ਝੱਲਣਾ। ਫਿਰ ਮੈਂ ਕਹਿੰਦੀ ਸੀ ਵੀ ਜਦੋਂ ਅਸੀਂ ਡਿੱਗੇ ਪਏ ਹੁੰਦੇ ਹਾਂ, ਲੋਕ ਜੁੱਤੀਆਂ ਸਮੇਤ ਸਾਡੇ ਉੱਤੋਂ ਲੰਘਦੇ ਨੇ। ਜਦੋਂ ਅਸੀਂ ਥੋੜ੍ਹਾ ਜਿਹਾ ਹਿੱਲਦੇ ਹਾਂ, ਫਿਰ ਉਹ ਜਰਾ ਪਾਸੇ ਹੋ ਕੇ ਲੰਘਣ ਲੱਗ ਜਾਂਦੇ ਨੇ। ਜਦੋਂ ਅਸੀਂ ਖੜੇ ਹੁੰਦੇ ਹਾਂ, ਫਿਰ ਉਹ ਸਾਤੋਂ ਜਰਕਦੇ ਨੇ। ਅਸਲ 'ਚ ਮੈਂ ਜਿਹੜੀ ਗੱਲ ਮਹਿਸੂਸ ਕਰੀ ਹੈ ਵੀ ਕਲਮ ਸਾਡੀ ਬਹੁਤ ਵੱਡੀ ਹਮਦਰਦ ਹੈ। ਜੋ ਅਸੀਂ ਨਹੀਂ ਕਹਿ ਸਕਦੇ, ਉਹ ਫਿਰ ਕਲਮ ਕਹਿੰਦੀ ਹੈ। ਪੀ ਸਕਾਂ ਜ਼ਹਿਰ ਜੋ ਦੁਨੀਆ ਦੇ ਆਖੇ, ਮੈਂ ਮੀਰਾ ਨਹੀਂ, ਸੁਕਰਾਤ ਨਹੀਂ ਹਾਂ। ਇੱਕ ਆਮ ਜਿਹੀ ਔਰਤ ਹਾਂ ਮੈਂ, ਇਨਸਾਨ ਹਾਂ ਮੈਂ, ਦੇਵੀ ਜਾਤ ਨਹੀਂ ਹਾਂ। ਫਿਰ ਮੈਂ ਉਸ ਆਰਟੀਕਲ 'ਚ ਲਿਖਿਆ ਸੀ ਵੀ ਤੁਸੀਂ ਜੱਟ ਨੂੰ ਜੱਟ ਬੂਟ ਕਹਿੰਦੇ ਹੋ ਨਾ, ਇਹ ਤਾਂ ਉਹੋ ਜਿਹਾ ਬੂਟ ਹੈ, ਇਹਦਾ ਟੁੱਟਣਾ ਤਾਂ ਕੀ, ਇਹਦਾ ਤਾਂ ਤਲਾ ਵੀ ਨਹੀਂ ਕੱਸਦਾ। ਇਹਦੀ ਇੱਕ ਠੋਕਰ ਤਖਤ ਉਲਟਾਉਣ ਦੀ ਤਾਕਤ ਰੱਖਦੀ ਹੈ। ਪੀ ਸਕਾਂ ਜ਼ਹਿਰ ਜੋ ਦੁਨੀਆ ਦੇ ਆਖੇ, ਮੈਂ ਮੀਰਾ ਨਹੀਂ, ਸ਼ੁਕਰਾਂਤ ਨਹੀਂ ਹਾਂ। ਮੈਂ ਇੱਕ ਆਮ ਜਿਹੀ ਔਰਤ ਹਾਂ, ਇਨਸਾਨ ਹਾਂ, ਕੋਈ ਦੇਵੀ ਜਾਤ ਨਹੀਂ ਹਾਂ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ। ਸਾਹਿਤ ਦੇ ਸੰਗ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਆਏ ਹੋਏ ਹਾਂ ਸ਼ਹਿਰ ਸਰਹੰਦ, ਅਤੇ ਮੁਲਾਕਾਤ ਕਰਾਵਾਂਗੇ ਪਰਮਜੀਤ ਕੌਰ ਸਰਹੰਦ ਜੀ ਉਹਨਾਂ ਦੇ ਨਾਲ, ਜਿਨ੍ਹਾਂ ਨੇ 2008 ਦੇ ਵਿੱਚ ਆਪਣੀ ਕਲਮ ਦਾ ਸਫ਼ਰ ਸ਼ੁਰੂ ਕੀਤਾ। ਕਿਤਾਬ ਦਾ ਰੂਪ ਉਹਨਾਂ ਦੀ ਕਲਮ ਨੇ ਧਾਰਿਆ, ਅਤੇ ਉਸ ਤੋਂ ਬਾਅਦ ਲਗਾਤਾਰ ਉਹ ਲਿਖਤਾਂ ਲਿਖਦੇ ਆ ਰਹੇ ਨੇ। ਬਤੌਰ 11 ਸਾਲ ਉਹ ਪੰਜਾਬੀ ਲਿਖਾਰੀ ਸਭਾ ਜਿਹੜੀ ਫਤਿਹਗੜ੍ਹ ਸਾਹਿਬ ਆ, ਉਹਦੇ ਜਨਰਲ ਸਕੱਤਰ ਦੀਆਂ ਸੇਵਾਵਾਂ ਦੇ ਰਹੇ ਨੇ, ਪਰ ਨਾਲ ਦੀ ਨਾਲ ਉਹਨਾਂ ਦੀ ਕਲਮ ਲਗਾਤਾਰ ਚੱਲਦੀ ਆ ਰਹੀ ਹੈ। ਜ਼ਿੰਦਗੀ ਦੇ ਦਰਦਾਂ ਨੂੰ ਹੰਢਾ ਕੇ ਉਹਨਾਂ ਨੇ ਬਾ ਕਮਾਲ ਤਰੀਕੇ ਦੇ ਨਾਲ ਕਿਤਾਬ ਦਾ ਰੂਪ ਦਿੱਤਾ। ਖਾਸ ਤੌਰ 'ਤੇ ਪੰਜਾਬੀ ਸੱਭਿਆਚਾਰ, ਵਿਰਸੇ, ਲੋਕ ਸੰਗੀਤ, ਗੀਤ ਦੇ ਨਾਲ ਜੁੜੀਆਂ ਹੋਈਆਂ ਕਿੰਨੀਆਂ ਹੀ ਵਿਧਾਵਾਂ ਨੂੰ ਉਹਨਾਂ ਨੇ ਆਪਣੀ ਕਿਤਾਬ ਵਿੱਚ ਦਰਜ ਕੀਤਾ। ਅਤੇ ਇਹੀ ਦੇ ਨਾਲ ਹੀ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਵੀ ਉਹਨਾਂ ਦੀ ਖੋਜ ਪੱਤਰਿਕਾ ਨੂੰ ਜਿਹੜਾ ਲੇਖਕ ਦੇ ਰੂਪ ਦੇ ਵਿੱਚ ਆਪਣੇ ਅਕੈਡਮਿਕ ਦਰਜਾ ਦਿੱਤਾ। ਸੋ ਅੱਜ ਉਹਨਾਂ ਦੇ ਘਰ ਆਏ ਹੋਏ ਹਾਂ, ਗੱਲਬਾਤ ਕਰਾਂਗੇ ਉਹਨਾਂ ਦੀ ਕਿਤਾਬਾਂ ਦੇ ਬਾਰੇ ਅਤੇ ਨਾਲ ਦੇ ਨਾਲ ਜ਼ਿੰਦਗੀ ਦੇ ਸਫ਼ਰ ਦੇ ਬਾਰੇ। ਵੀ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਅਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ। ਸਤਿ ਸ਼੍ਰੀ ਅਕਾਲ ਜੀ। ਇਹ ਵੀ ਜਦੋਂ ਤੁਹਾਡੀਆਂ ਕਿਤਾਬਾਂ ਉੱਤੇ ਨਜ਼ਰ ਮਾਰਦੇ ਹਾਂ, ਪੜ੍ਹਦੇ ਹਾਂ, ਤਾਂ ਇਹ ਹੁੰਦਾ ਵੀ ਇੱਕ ਦਰਦ ਨੂੰ ਹੰਢਾ ਕੇ ਜੁਝਾਰੂ ਕਵਿਤਾ ਲਿਖੀ ਗਈ ਹੈ। ਉਹ ਤੋਂ ਬਿਨਾਂ ਤੁਹਾਡੀਆਂ ਰਚਨਾਵਾਂ ਦੇ ਵਿੱਚ ਪੰਜਾਬ ਬੋਲਦਾ, ਪੰਜਾਬ ਦੀ ਮਿੱਟੀ, ਪੰਜਾਬ ਦਾ ਸੱਭਿਆਚਾਰ। ਇਹ ਗੱਲ ਇਹ ਹੈ ਵੀ ਬਦਲਦਾ ਜਾ ਰਿਹਾ ਪੰਜਾਬ, ਪਰ ਇੱਕ ਗੱਲ ਇਹ ਵੀ ਹੈ ਕਿ ਬਦਲਣਾ ਪ੍ਰਕਿਰਤੀ ਦਾ ਸੁਭਾਅ ਹੈ। ਮੁੱਢ ਕਦੀਮ ਤੋਂ ਜੇ ਇਸ ਵਿੱਚ ਬਦਲਾਅ ਨਾ ਹੁੰਦੇ ਤਾਂ ਸ਼ਾਇਦ ਅੱਗੇ ਵੱਲ ਨਾ ਵੱਧਦੀ। ਅਤੇ ਕਈ ਵਾਰ ਹੁੰਦਾ ਵੀ ਜਦੋਂ ਆਪਣੀ ਉਮਰ, ਜੋ ਬਚਪਨ ਆਪਾਂ ਨੇ ਹੰਢਾਇਆ ਹੁੰਦਾ, ਜਿਸ ਚੀਜ਼ ਨੂੰ ਆਪਾਂ ਨੇ ਆਨੰਦ ਮਾਣਿਆ ਹੁੰਦਾ, ਤਾਂ ਜਦੋਂ ਆਉਣ ਵਾਲੀ ਪੀੜ੍ਹੀ ਉਹ ਤੋਂ ਵੰਚਿਤ ਰਹਿ ਜਾਂਦੀ ਹੈ, ਉਹ ਤੋਂ ਪਰੇ ਹੋ ਜਾਂਦੀ ਆ, ਤਾਂ ਅੰਦਰ ਇੱਕ ਦਿਲ 'ਚ ਅਫਸੋਸ ਹੁੰਦਾ ਵੀ ਇਹਨਾਂ ਨੇ ਤਾਂ ਕੁਛ ਦੇਖਿਆ ਹੀ ਨਹੀਂ।
ਤੇ ਫਿਰ ਉਦੋਂ ਇੱਕ ਮਨ 'ਚ ਆਉਂਦਾ ਵੀ ਕਿਉਂ ਨਾ ਅਸੀਂ ਉਸ ਨੂੰ ਸੰਭਾਲੀਏ। ਉਹਦਾ ਤਰੀਕਾ ਹੈਗਾ ਜੀ ਕਿਤਾਬਾਂ, ਚਾਹੇ ਉਹ ਕਹਿ ਦਈਏ ਜਵਾਨੀ ਗੱਲ ਹੋਵੇ ਤੇ ਭਾਵੇਂ ਲਿਖਤੀ ਗੱਲ ਹੋਵੇ, ਤੇ ਲਿਖਣ ਦੇ ਨਾਲ ਤਾਂ ਕਹਿ ਦਈਏ ਉਮਰ ਸਦੀਆਂ ਤੱਕ ਸਾਂਭਿਆ ਜਾ ਸਕਦਾ। ਤੇ ਤੁਹਾਡੀਆਂ ਰਚਨਾਵਾਂ ਦੇ ਵਿੱਚ ਵੀ ਜਿਹੜਾ ਪੇਂਡੂ ਪੰਜਾਬ ਹੈ ਉਹਦੀ ਝਲਕ ਪੈਂਦੀ ਹੈ, ਉਹਦੇ ਲੋਕ ਗੀਤਾਂ ਦੀ ਝਲਕ ਪੈਂਦੀ ਹੈ, ਸੰਸਕਾਰਾਂ ਦੀ, ਪਰੰਪਰਾਵਾਂ ਦੀ, ਹਰ ਇੱਕ ਸ਼ੈ ਜਿਹੜੀ ਸਾਡੇ ਜੀਵਨ ਨਾਲ ਜੁੜੀ ਹੋਈ ਹੈ। ਕਹਿ ਦਈਏ ਇਨਸਾਨ ਦੇ ਜੰਮਣ ਤੋਂ ਪਹਿਲਾਂ ਤੋਂ ਸੰਸਕਾਰ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਤੱਕ ਇਨਸਾਨ ਮਰਦਾ ਉਹ ਤੋਂ ਬਾਅਦ ਵੀ ਜਿਹੜੇ ਸੰਸਕਾਰ ਚੱਲਦੇ ਰਹਿੰਦੇ ਨੇ। ਪਰ ਹੁਣ ਵਕਤ ਬਦਲ ਗਿਆ ਥੋੜ੍ਹਾ ਜਿਹਾ, ਜ਼ਿੰਦਗੀ ਤੇਜ਼ ਹੋ ਗਈ ਹੈ ਤੇ ਇਹਨਾਂ ਚੀਜ਼ਾਂ ਨੂੰ ਸ਼ਾਇਦ ਅਸੀਂ ਆਪਣੀ ਜ਼ਿੰਦਗੀ 'ਚੋਂ ਮੁਨੱਕਰ ਕਰ ਦਿੱਤਾ। ਤੇ ਗੱਲ ਅੱਜ ਕਰਾਂਗੇ ਤੁਹਾਡੀਆਂ ਜਿਹੜੀਆਂ ਜਿੰਨੀਆਂ ਵੀ ਗਜ਼ਲਾਂ ਦੀਆਂ ਕਵਿਤਾਵਾਂ ਦੀਆਂ ਕਿਤਾਬਾਂ ਨੇ ਤੇ ਨਾਲ ਦੀ ਨਾਲ ਵਾਰਤਕ ਨੇ, ਤਾਂ ਮੈਂ ਚਾਹੂੰਗਾ ਵੀ ਤੁਹਾਡਾ ਇਸ ਲੇਖਣੀ ਦੇ ਵੱਲ ਕਲਮ ਦੇ ਨਾਲ ਸਫ਼ਰ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ? ਸਭ ਤੋਂ ਪਹਿਲਾਂ ਮੈਂ ਵਿਜ਼ਨ ਪੰਜਾਬ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੀ ਹਾਂ। ਸ਼ੁਕਰੀਆ। ਤੁਹਾਨੂੰ ਆਪਣੇ ਘਰ ਆਇਆਂ ਨੂੰ ਜੀ ਆਇਆਂ ਕਹਿੰਦੀ ਹਾਂ। ਤੁਸੀਂ ਚੱਲ ਕੇ ਆਏ, ਤੁਹਾਡਾ ਕਦਮ ਕਦਮ ਮੁਬਾਰਕ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਤੁਸੀਂ ਮੈਨੂੰ ਇਸ ਕਾਬਲ ਸਮਝਿਆ ਕਿ ਤੁਸੀਂ ਗੱਲਬਾਤ ਕਰਨ ਵਾਸਤੇ ਇੱਥੇ ਪਹੁੰਚੇ, ਸੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਤੇ ਹੁਣ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਬਹੁਤ ਹੀ ਸਤਿਕਾਰ ਸਹਿਤ ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ ਆਖਦੀ ਹਾਂ। ਤੁਸੀਂ ਮੈਨੂੰ ਕਾਫੀ ਸਾਰੇ ਕੁਐਸਚਨ ਕੀਤੇ ਨੇ। ਇਹਦੇ ਵਿੱਚ ਜਿਹੜੀ ਇੱਕ ਤਾਂ ਹੈਗੀ ਹੈ ਸਭ ਤੋਂ ਵੱਡੀ ਗੱਲ, ਤੁਸੀਂ ਕਿਹਾ ਵੀ ਆਪਾਂ ਨੂੰ ਫਿਰ ਉਹ ਪਿਛਲਾ ਅਤੀਤ ਸਾਨੂੰ ਯਾਦ ਆਉਂਦਾ ਹੈ। ਜਦੋਂ ਸਾਡਾ ਵਰਤਮਾਨ ਅਤੀਤ ਬਣ ਜਾਂਦਾ ਹੈ ਨਾ, ਉਹ ਪਿੱਛੇ ਨਹੀਂ ਰਹਿੰਦਾ, ਉਹ ਫਿਰ ਵੀ ਸਾਡੇ ਨਾਲ ਤੁਰਦਾ। ਮੈਨੂੰ ਤੁਹਾਡੀ ਗੱਲ ਤੋਂ ਯਾਦ ਆਇਆ, ਬਠਿੰਡੇ ਮੈਨੂੰ ਆਨਰ ਕੀਤਾ ਸੀ ਇਹਨਾਂ ਨੇ ਮੇਰੇ ਸੱਭਿਆਚਾਰ ਦੇ ਉੱਤੇ ਕੰਮ ਬਾਰੇ ਜੀ। ਉਹ ਸੀਗੇ ਉੱਥੇ ਅਜਮੇਰ ਸਿੰਘ ਔਲਖ, ਅਤਰਜੀਤ ਸਿੰਘ, ਬਲਦੇਵ ਸਿੰਘ ਸੜਕਨਾਮਾ ਜੀ। ਉੱਥੇ ਰੂਬਰੂ 'ਚ ਇੱਕ ਲੜਕੀ ਨੇ ਕੁਐਸਚਨ ਕੀਤਾ, ਕਹਿੰਦੇ ਜੀ ਤੁਹਾਡੇ ਬਾਰੇ ਕਿਹਾ ਜਾਂਦਾ ਪਰਮਜੀਤ ਕੌਰ ਸਰਹੰਦ ਬੀਤੇ ਦਾ ਹੇਰਵਾ ਕਰਦੇ ਨੇ। ਮੈਂ ਕਿਹਾ ਤੁਸੀਂ ਇਹਨੂੰ ਹੇਰਵਾ ਨਹੀਂ ਕਹਿ ਸਕਦੇ, ਮੈਂ ਦੁੱਖ ਮਹਿਸੂਸ ਕਰਦੀ ਹਾਂ ਬੀਤੇ ਦਾ। ਮੈਂ ਕਿਹਾ ਕਿਉਂਕਿ ਮੈਂ ਉਹਦਾ ਹੇਰਵਾ ਨਹੀਂ ਕਰਦੀ, ਮੈਂ ਟੁੱਟੀਆਂ ਸਾਂਝਾਂ ਦਾ ਹੇਰਵਾ ਕਰਦੀ ਹਾਂ। ਜਿਹੜੀਆਂ ਉਦੋਂ ਸਾਡੇ 'ਚ ਆਪਸੀ ਸਾਂਝਾਂ ਸੀ ਨਾ, ਉਹ ਅੱਜ ਨਹੀਂ ਹੈਗੀਆਂ। ਇਹ ਤੁਸੀਂ ਵੀ ਮੰਨੋਗੇ, ਸਾਰੇ ਮੰਨਣਗੇ ਜੀ। ਤੇ ਉਹ ਜਿਹੜਾ ਹੈਗਾ ਜਦੋਂ ਮੈਨੂੰ ਯਾਦ ਆਉਂਦਾ ਫਿਰ ਮੈਂ ਉਹ ਸਾਰਾ ਇਸੇ ਕਰਕੇ ਕਲਮ ਨਾਲ ਸਾਂਭਿਆ। ਜਿਹੜੀਆਂ ਚੀਜ਼ਾਂ ਸਾਨੂੰ ਅੱਜ ਨਹੀਂ ਲੱਭ ਰਹੀਆਂ, ਹੁਣ ਜਿਹੜੇ ਦੇਖੋ ਮੇਰੀ ਆਪਣੀ ਉਮਰ 65 ਸਾਲਾਂ ਤੋਂ ਉੱਤੇ ਹੋ ਗਈ ਹੈ ਜੀ। ਹੁਣ 80-85 ਸਾਲਾਂ ਦੇ ਜਾਂ 100 ਸਾਲ ਦਾ ਤਾਂ ਤੁਹਾਨੂੰ ਲੱਭਣਾ ਹੀ ਨਹੀਂ ਕੋਈ। ਜਿੰਨੇ ਕੁ ਸਾਡੇ ਬਜ਼ੁਰਗ ਮੈਨੂੰ ਸਹੁਰੇ ਪੇਕੇ ਪਿੰਡ 'ਚੋਂ ਮਿਲੇ, ਮੈਂ ਸਾਰਿਆਂ ਦੇ ਜਿਉਂਦੇ ਹੋਣ ਦਾ ਲਾਹਾ ਲਿਆ। ਪਿੰਡੋਂ ਸਹੁਰੇ ਪਿੰਡ ਸਾਨੀਪੁਰ ਤੋਂ, ਪੇਕੇ ਪਿੰਡ ਸਿੰਪਲੀ ਤੋਂ, ਮੈਂ ਬਜ਼ੁਰਗਾਂ ਨਾਲ ਸੰਪਰਕ ਕਰਕੇ ਉਹਨਾਂ ਤੋਂ ਬਹੁਤ ਕੁਝ ਪੁੱਛਿਆ ਜੀ। ਤੇ ਇੱਕ ਮੇਰੀ ਕਿਤਾਬ ਹੈਗੀ ਹੈ, ਉਹਨਾਂ ਨੇ ਸਪੈਸ਼ਲੀ ਬਣਾਈ ਸੀਗੀ, ਪਰਮਜੀਤ ਕੌਰ ਸਰਹੰਦ ਦੇ 31 ਨਿਬੰਧ। ਉਹਦੇ 'ਚ ਮੈਂ ਜਿਹੜਾ ਸਾਡਾ ਦਾਰ ਕਿਰਦਾਰ ਹੈ ਨਾ ਜੀ, ਜ਼ਿਮੀਦਾਰ ਲੈ ਲਓ ਪਹਿਲਾਂ ਤਾਂ। ਹੁਣ ਸਾਨੂੰ ਕਿਉਂਕਿ ਸਾਡੇ ਜ਼ਿਹਨ 'ਚ ਜ਼ਿਆਦਾ ਜ਼ਿਮੀਦਾਰ ਘੁੰਮਦਾ ਹੈ ਜੀ। ਥਾਣੇਦਾਰ ਹੁੰਦਾ ਸੀ ਜ਼ਿਆਦਾ ਅੱਗੇ, ਬਹੁਤ ਥਾਣੇਦਾਰ, ਪਟਵਾਰੀ ਹੋ ਗਏ, ਪਟਵਾਰੀ ਇੱਕ ਹੁੰਦਾ ਸੀ ਫੌਜ 'ਚ ਜਮਾਂਦਾਰ, ਸੂਬੇਦਾਰ, ਤੇ ਉਹਦੇ ਨਾਲ ਲੰਬੜਦਾਰ। ਫਿਰ ਮੈਂ ਇੱਕ ਲਿਆ ਸੀ ਇਹਦੇ 'ਚ ਕਿਰਦਾਰ ਮੇਨ ਹੁੰਦੇ ਸੀ, ਮੇਨ ਕਿਰਦਾਰ। ਫਿਰ ਮੈਂ ਇੱਕ ਲਿਆ ਸੀ ਚੌਕੀਦਾਰ। ਠੀਕ ਹੈ। ਜਿਹਨੂੰ ਅਸੀਂ ਵਿਚਾਰੇ ਨੂੰ ਮਿਹਨਤਕਸ਼ ਨੂੰ ਨੀਵੇਂ ਪੱਧਰ ਦਾ ਸਮਝਦੇ ਹਾਂ, ਲੇਕਿਨ ਉਹ ਸਾਡੇ ਪੇਂਡੂ ਸਮਾਜ ਦਾ ਧੁਰਾ ਹੈ। ਇਹ ਸਾਰਾ ਕੰਮ ਮੈਂ ਉਸ 'ਚ ਕੀਤਾ ਜੀ। ਪਟਵਾਰੀ, ਲੰਬੜਦਾਰ, ਥਾਣੇਦਾਰ, ਇੱਦਾਂ ਚੌਕੀਦਾਰ ਕਿਵੇਂ ਬਣਦੇ ਨੇ, ਉਹ ਕੀ ਉਹਨਾਂ ਦੀ ਕੁਆਲੀਫਿਕੇਸ਼ਨ ਹੁੰਦੀ, ਉਹ ਮੈਂ ਸਾਰਾ ਲਿਖਿਆ ਜੀ। ਸੋ ਮੇਰਾ ਕਿਤੇ ਧੁਰ ਅੰਦਰੋਂ ਆਪਣੇ ਪਿਛੋਕੜ ਨਾਲ ਬਹੁਤ ਮਨ ਜੁੜਿਆ ਹੋਇਆ। ਹਾਲਾਂਕਿ ਮੈਂ ਪਿੰਡ 'ਚ ਕੁੱਲ ਮਿਲਾ ਕੇ ਸਹੁਰੇ ਪੇਕੇ 12-14 ਸਾਲ ਰਹੀ ਹੋਊਗੀ। ਮੇਰਾ ਜਨਮ ਮੇਰਾ ਧੂਰੀ ਦਾ, ਮੇਰੇ ਫਾਦਰ ਸਾਹਿਬ ਥਾਣੇਦਾਰ ਸੀਗੇ ਇਸ 'ਚ, ਤੇ ਅਸੀਂ ਜ਼ਿਆਦਾ ਬਾਹਰ ਰਹੇ। ਤੇ ਪਰ ਫਿਰ ਵੀ ਮੈਨੂੰ ਪੇਂਡੂ ਸੱਭਿਆਚਾਰ ਨਾਲ ਬਹੁਤ ਲਗਾਅ ਹੈ। ਉਹਦਾ ਕਾਰਨ ਮੇਰਾ ਖਿਆਲ ਹੈ ਇਹੀ ਹੈ, ਜਿਵੇਂ ਹੁਣ ਅੱਜ ਅਸੀਂ ਇਕੱਲੇ ਬੈਠੇ ਹਾਂ, ਜਿਵੇਂ ਤੁਹਾਨੂੰ ਕਿਹਾ ਸੀ ਮਸਾਂ ਆਉਂਦਾ ਹੁਣ ਤਾਂ ਕੋਈ ਕਰੋਨਾ 'ਚ ਜੀ। ਤੇ ਉਦੋਂ ਇੱਦਾਂ ਥੋੜ੍ਹਾ ਹੁੰਦਾ ਸੀ, ਸਵੇਰੇ ਬਾਹਰ ਵਿਹੜਿਆਂ 'ਚ ਬਹਿ ਜਾਣਾ, ਸਕੂਲ ਵਾਲੇ ਨੇ ਸਕੂਲ ਚਲੇ ਜਾਣਾ, ਬੁੜੀਆਂ ਨੇ ਇਕੱਠੀਆਂ ਹੋਈਆਂ ਬੈਠੀਆਂ ਰਹਿਣਾ, ਚਰਖੇ ਕੱਤਣੇ। ਉਹ ਕਿੱਥੇ ਹੈ ਹੁਣ ਜ਼ਮਾਨਾ? ਅੱਜ ਠੀਕ ਹੈ, ਚਰਖਿਆਂ ਦਾ ਯੁੱਗ ਨਹੀਂ ਹੈਗਾ, ਕਿਉਂਕਿ 2 ਜਣਿਆਂ ਦੇ ਕਮਾਏ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਦੂਜੀ ਗੱਲ ਇਹ ਵੀ ਹੈ ਕਿ ਖਰਚੇ ਅਸੀਂ ਵਧਾਏ ਵੀ ਆਪਣੇ। ਤੇ ਵੀ ਮੈਂ ਕਹੂੰਗਾ ਵੀ ਤੁਸੀਂ ਦੇਖੋ ਦੱਸਿਆ ਵੀ ਸ਼ੁਰੂ ਤੋਂ ਬਚਪਨ ਤੋਂ ਹੀ ਤੁਹਾਡਾ ਇੱਕ ਨਾ ਅੰਦਰ, ਆਪਣੇ ਅੰਦਰ, ਭਾਵੇਂ ਇਹ ਨਾ ਪਤਾ ਹੋਵੇ ਆਪਾਂ ਲੇਖਕ ਬਣਨਾ, ਪਰ ਫਿਰ ਵੀ ਇੱਕ ਨਾ ਚਾਹਤ ਜੀ ਹੁੰਦੀ ਹੈ ਚੀਜ਼ਾਂ ਨੂੰ ਵਾਚਣ ਦੀ। ਹਾਂਜੀ। ਉਹ ਹੌਲੀ ਹੌਲੀ ਤੁਹਾਡੇ ਸੂਖਮ ਮਨ ਦੇ ਵਿੱਚ ਪਈਆਂ ਰਹਿੰਦੀਆਂ ਨੇ, ਤੇ ਫਿਰ ਜਦੋਂ ਜ਼ਿੰਦਗੀ 'ਚ ਕਦੇ ਮੌਕਾ ਮਿਲਦਾ ਫਿਰ ਆਪਾਂ ਉਹਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਂਦੇ ਹਾਂ। ਤੇ ਇਹ ਕਾਫੀ ਲੰਮੇ ਸਫ਼ਰ ਤੋਂ ਬਾਅਦ ਜ਼ਿੰਦਗੀ ਦੇ 2008 'ਚ ਤੁਸੀਂ ਜਿਹੜੀ ਕਲਮ ਦੇ ਨਾਲ ਜਿਹੜੇ ਜੁੜੇ ਹੋ, ਕਿਤਾਬ ਤੁਸੀਂ ਛਾਪੀ ਹੈ, ਤਾਂ ਕਾਫੀ ਲੰਮਾ ਵਕਫਾ ਹੈ।
ਤੇ ਇਹਦੀ ਵਜ੍ਹਾ ਕੀ ਰਹੀ ਫਿਰ ਪਹਿਲੀ ਕਿਤਾਬ ਜਿਹੜੀ ਤੁਸੀਂ ਕਾਵਿ ਰੂਪ ਵਿੱਚ ਛਾਪੀ ਹੈ? ਹਾਂਜੀ, ਇਹ ਕਿਵੇਂ ਸਬਬ ਬਣਿਆ? ਇਹ ਅਸਲ 'ਚ ਨਾ ਲਿਖਣ ਦਾ ਤਾਂ ਮੈਨੂੰ ਸ਼ੌਕ 6ਵੀਂ 7ਵੀਂ ਜਮਾਤ ਤੋਂ ਸੀ, ਜੀ। ਕਿਉਂਕਿ ਮੈਂ ਤੁਹਾਨੂੰ ਦੱਸਿਆ ਮੇਰੇ ਵੱਡੇ ਬ੍ਰਦਰ ਸ਼ਮਸ਼ੇਰ ਨਿਰਮਲ ਜੋ 82 'ਚ ਉਹਨਾਂ ਦੀ ਡੈਥ ਹੋ ਗਈ ਸੀ ਜੰਗ ਵਿੱਚ, ਤੇ ਜਿਵੇਂ ਬਹੁਤ ਥੋੜੀ ਉਮਰ ਸੀ ਉਹਨਾਂ ਦੀ ਜੀ। ਉਹ ਲਿਖਦੇ ਸੀਗੇ, ਲੇਖਕ ਸੀਗੇ ਉਹ, ਤੇ ਉਹ ਬਹੁਤ ਸਮਾਜਵਾਦੀ ਲੇਖਣੀ ਸੀ ਉਹਨਾਂ ਦੀ, ਇਨਕਲਾਬੀ ਕਹਿ ਲਓ ਤੁਸੀਂ, ਸੋਚ ਸੀਗੀ ਉਹਨਾਂ ਦੀ ਜੀ। ਉਹਦੇ ਕਰਕੇ ਸਾਡੇ ਘਰ 'ਚ ਰਸ਼ੀਅਨ ਸਾਹਿਤ ਬਹੁਤ ਆਉਂਦਾ ਸੀਗਾ ਜੀ। ਤੇ ਨਾਲ ਆਪਣੇ ਚੰਗੇ ਲੇਖਕਾਂ ਦੀਆਂ ਸਾਰੀਆਂ ਕਿਤਾਬਾਂ ਸਾਡੇ ਘਰ ਆਉਂਦੀਆਂ ਸੀ, ਢੇਰ ਕਿਤਾਬਾਂ ਦਾ ਪਿਆ ਹੁੰਦਾ ਸੀਗਾ ਜੀ। ਸਾਡੇ ਵਾਸਤੇ ਆਉਂਦਾ ਸੀ ਬਾਲ ਸੰਦੇਸ਼। ਉਹਨੇ ਵੱਡੇ ਭਰਾ ਨੇ ਸਾਡਾ ਪੂਰਾ ਧਿਆਨ ਰੱਖਿਆ ਵੀ ਇਹ ਵੀ ਪੜ੍ਹਨ। ਬਸ ਉਹ ਬਾਲ ਸੰਦੇਸ਼ ਪੜ੍ਹਦੀ ਮੈਂ ਕਿਵੇਂ ਵੀਰ ਦੀਆਂ ਕਿਤਾਬਾਂ ਵੀ ਪੜ੍ਹਨ ਲੱਗੀ। ਮੈਂ 5ਵੀਂ 'ਚ ਪੜ੍ਹਦੀ ਨੇ ਮੁਨਸ਼ੀ ਪ੍ਰੇਮ ਚੰਦ ਦਾ ਨਾਵਲ ਨਿਰਮਲਾ ਪੜ੍ਹ ਲਿਆ ਸੀਗਾ, ਤੇ ਨਾਨਕ ਸਿੰਘ ਦੀਆਂ ਟੁੱਟੀ ਵੀਣਾ, ਦਲੀਪ ਕੌਰ ਟਿਵਾਣਾ, ਮੈਂ ਬਹੁਤ ਕੁਝ ਪੜ੍ਹਿਆ ਉਦੋਂ। ਉਹ ਪੜ੍ਹਦੀ ਨੂੰ ਮੈਨੂੰ ਵੀਰ ਤੋਂ ਲਿਖਣ ਦੀ ਵੀ ਲਗਨ ਹੋ ਗਈ ਜੀ। ਅੱਛਾ, ਜਦੋਂ 6ਵੀਂ 7ਵੀਂ ਜਮਾਤ ਸਾਡੀ ਹੁੰਦੀ ਸੀ, ਉਹਦੇ 'ਚ ਇੱਕ ਨਾ ਸ਼ਨੀਵਾਰ ਨੂੰ ਆਖਰੀ ਉਹਨੂੰ ਕਹਿੰਦੇ ਹੁੰਦੇ ਗੀਤਾਂ ਦੀ ਘੰਟੀ, ਤੇ ਉਹਦੇ 'ਚ ਫਿਰ ਉਹ ਸਾਡੇ ਅਧਿਆਪਕ ਸਾਤੋਂ ਕੁਛ ਨਾ ਕੁਛ ਸੁਣਦੇ ਹੁੰਦੇ ਸੀ। ਉਹ ਮੈਂ ਆਪੇ ਹੀ ਲਿਖ ਲੈਣਾ। ਉਹ ਲਿਖਦੀ ਕਿਵੇਂ ਸੀ, ਫਿਲਮੀ ਗੀਤਾਂ ਦੀ ਤਰਜ਼ 'ਤੇ ਕੁਛ ਨਾ ਕੁਛ ਲਿਖ ਲੈਣਾ, ਤੇ ਉਹ ਮੈਂ ਉੱਥੇ ਗਾ ਦੇਣਾ, ਸੁਣਾ ਦੇਣਾ। ਤੇ ਇਹ ਲਗਨ ਤਾਂ ਜੇ ਸੋਚਿਆ ਜਾਵੇ ਮੈਨੂੰ ਬਚਪਨ ਤੋਂ ਹੀ ਹੈ ਜੀ। ਤੇ ਉਹ ਲਿਖਦੇ ਫਿਰ ਚਲੋ ਸਮਾਂ ਬੀਤਿਆ, ਵਿਆਹ ਹੋ ਗਿਆ, ਉਹ ਸਾਰਾ ਕੁਛ ਕਿੱਧਰੇ ਗਿਆ। ਫਿਰ ਤਾਂ ਕਹਿੰਦੇ ਹੁਣ ਇੱਕੋ ਗੱਲ ਯਾਦ ਰਹਿ ਗਈ, ਲੂਣ ਤੇਲ ਲੱਕੜੀਆਂ। ਸੱਸ ਮਾਤਾ ਜੀ ਦਮੇ ਦੇ ਮਰੀਜ਼ ਸੀਗੇ, ਉਹ ਘਰ ਦੀਆਂ ਜ਼ਿੰਮੇਵਾਰੀਆਂ ਮੇਰੇ 'ਤੇ ਪੈ ਗਈਆਂ ਬਹੁਤੀਆਂ। ਛੋਟੇ ਦਿਓਰ ਨਣਦਾਂ ਛੋਟੇ ਸੀ ਅਜੇ, ਸੋ ਉੱਥੇ ਆ ਕੇ ਤਾਂ ਕਲਮ ਤਾਂ ਮੇਰੀ ਛੁੱਟ ਗਈ, ਜਿਹੜਾ ਕਦੇ ਕਦਾਈ ਮਾੜਾ ਮੋਟਾ ਲਿਖਦੀ ਸੀ। ਪਰ ਸਾਹਿਤ ਨਾਲ ਮੈਂ ਜੁੜੀ ਰਹੀ। ਹਾਲਾਂਕਿ ਸਾਡੇ ਸਹੁਰੇ ਘਰ 'ਚ ਮੇਰੇ 'ਚ ਸਾਹਿਤ ਦਾ ਕੋਈ ਵੀ ਕਿਸੇ ਨੂੰ ਵੀ ਲਗਾਓ ਨਹੀਂ ਸੀਗਾ, ਪਰ ਮੇਰੀ ਖੁਸ਼ਕਿਸਮਤੀ ਹੈ ਕਿ ਮੇਰੇ ਪਤੀ ਨੇ ਮੈਨੂੰ ਕਦੇ ਵੀ ਪੜ੍ਹਨ ਲਿਖਣ ਤੋਂ ਨਹੀਂ ਰੋਕਿਆ। ਮੈਂ ਪੇਕੇ ਜਾਣਾ, ਕਿਤਾਬਾਂ ਲਿਆਉਣੀਆਂ, ਵੀਰ ਨੇ ਆਉਣਾ, ਉਹਨੇ ਮੈਗਜ਼ੀਨ ਦੇ ਜਾਣੇ, ਕਿਤਾਬਾਂ ਦੇ ਜਾਣੀਆਂ। ਉਹ ਮੇਰੀ ਉਵੇਂ ਹੀ ਮਤਲਬ ਕਿ ਜੁੜੀ ਰਹੀ, ਇਹਦੇ ਨਾਲ ਸਾਹਿਤ ਨਾਲ ਲਗਨ ਲੱਗੀ ਰਹੀ। ਉਸ ਤੋਂ ਬਾਅਦ ਚਲੋ ਬੱਚੇ ਹੋਏ, ਉਹਨਾਂ ਨੂੰ ਪੜ੍ਹਾਉਂਦਿਆਂ ਕੋਈ ਜਿਵੇਂ ਸਕੂਲ 'ਚੋਂ ਆ ਜਾਂਦਾ ਹੈ, ਆਹ ਲੇਖ ਲਿਖੋ, ਆਹ ਅਰਜ਼ੀ ਲਿਖੋ, ਉਹ ਮੈਂ ਸਾਰੀਆਂ ਆਪ ਲਿਖ ਕੇ ਦੇਣੀਆਂ। ਉਹ ਫਿਰ ਮਤਲਬ ਕਲਮ ਹੀ ਚੱਲਦੀ ਸੀ ਉਹ ਵੀ ਜੀ ਜੀ। ਉਹ ਬੜੇ ਹੈਰਾਨ ਹੋਣਾ ਅਧਿਆਪਕਾਂ ਨੇ ਵੀ ਤੁਹਾਡੇ ਮੰਮੀ ਬਹੁਤ ਸੋਹਣਾ ਲਿਖ ਕੇ ਦਿੰਦੇ ਆ ਤੁਹਾਨੂੰ। ਉਹ ਵੀ ਬੀਤਦਾ ਗਿਆ ਸਮਾਂ। ਫਿਰ ਉਸ ਤੋਂ ਬਾਅਦ ਜਿਹੜਾ ਆਪਣੇ ਆਇਆ ਦੌਰ ਬਹੁਤ ਖੂਨੀ, ਉਹਦੇ 'ਚ ਫਿਰ ਮੈਂ ਕਲਮ ਚੱਕੀ। ਫਿਰ ਉੱਦਾਂ ਵੀ ਮੈਂ ਲਿਖਦੀ ਰਹਿੰਦੀ ਸੀ ਕੁਛ ਨਾ ਕੁਛ, ਪਰ ਸਿਰਫ ਛਪਦਾ ਉੱਥੇ ਸੀ ਜਿਹੜਾ ਨੂੰ ਜਾਤੀ ਤੌਰ 'ਤੇ ਪਤਾ ਸੀ ਕਿ ਮੈਂ ਲਿਖਦੀ ਹਾਂ। ਅਖਬਾਰਾਂ ਅਖੂਰਾਂ ਨੂੰ ਮੈਂ ਨਹੀਂ ਸੀ ਕਦੇ ਭੇਜਿਆ। ਅੱਛਾ, ਮੇਰੀਆਂ ਉਹ ਨਜ਼ਮਾਂ ਇਹੋ ਜਿਹੀਆਂ ਸੀ ਅਖਬਾਰਾਂ ਨੇ ਉਹ ਛਪਣੀਆਂ ਵੀ ਨਹੀਂ ਸੀਗੀਆਂ। ਇਹ ਫਿਰ ਮੇਰੀਆਂ ਸਿੱਖ ਵਿਰਸਾ ਕੈਨੇਡਾ ਅਤੇ ਸੰਤ ਸਿਪਾਹੀ ਅੰਮ੍ਰਿਤਸਰ ਤੋਂ ਬਹੁਤ ਛਪੀਆਂ। ਫਿਰ ਹੌਲੀ ਹੌਲੀ ਪਤਾ ਲੱਗਣ ਲੱਗ ਗਿਆ। ਉਸ ਤੋਂ ਬਾਅਦ ਅਸਲ 'ਚ ਜ਼ਿੰਦਗੀ 'ਚ ਹਾਦਸਾ ਦਰ ਹਾਦਸਾ ਹੁੰਦਾ ਗਿਆ। ਪਹਿਲਾਂ ਭਰਾ ਦੀ ਮੌਤ ਹੋਈ ਜਵਾਨ ਉਮਰ 'ਚ, ਉਹਨਾਂ ਨਾਲ ਸ਼ਮਸ਼ੇਰ ਨਿਰਮਲ ਦੀ, ਅਤੇ ਕਿਉਂਕਿ ਮੇਰਾ ਬਹੁਤ ਪ੍ਰੇਮ ਸੀ ਉਹਨਾਂ ਨਾਲ। ਉਦੋਂ ਉਸ ਤੋਂ ਬਾਅਦ ਮੈਂ ਸੰਭਲੀ। ਥੋੜ੍ਹੀ ਦੇਰ ਬਾਅਦ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋ ਗਈ, ਫਿਰ ਸਹੁਰੇ ਘਰ 'ਚ ਮੌਤਾਂ ਨੇ ਮੈਨੂੰ ਘੇਰੀ ਰੱਖਿਆ। ਮਤਲਬ ਮੈਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਉਸੇ ਤਰ੍ਹਾਂ ਜਿਵੇਂ ਕਿਵੇਂ ਸਾਰੀ ਜੱਦੋ ਜਹਿਦ ਕਰਦੀ ਜ਼ਿੰਦਗੀ ਦੀ, ਮੈਂ ਹੋਰ ਵੀ ਬੜਾ ਕੁਛ ਸਿਹਾ। ਉਸ ਸਮੇਂ 'ਚ ਇਹਨਾਂ ਨੂੰ ਵੀ ਪੁਲਿਸ ਲੈ ਗਈ, ਬੜਾ ਬੇਟੇ 'ਤੇ ਵੀ ਪਿਆ ਚੱਕਰ, ਬਹੁਤ ਕੁਛ ਹੋਇਆ। ਖੈਰ ਉਹ ਕਲਮ ਫਿਰ ਛੁੱਟ ਜਾਂਦੀ ਹੈ ਕਿਤੇ। ਫਿਰ ਜਦੋਂ ਬੇਟੇ ਦੇ ਤੁਰ ਜਾਣ ਤੋਂ ਬਾਅਦ ਮੈਨੂੰ ਦੁਨੀਆ ਉਜਾੜ ਲੱਗੀ, ਜਾਂ ਮੈਨੂੰ ਲੱਗਿਆ ਵੀ ਮੇਰੀ ਡੰਗੋਰੀ ਖੁੱਸ ਗਈ, ਹੁਣ ਮੈਂ ਜਿਉਣਾ ਨਹੀਂ, ਮੈਂ ਪੱਕਾ ਠਾਣ ਲਿਆ। ਲੇਕਿਨ ਆ ਮਾਸੂਮ ਬੱਚਿਆਂ ਦੇ ਮੂੰਹਾਂ ਵੱਲ ਦੇਖ ਕੇ, ਆਪਣੀ ਜਵਾਨ ਨੂੰਹ ਵੱਲ ਦੇਖ ਕੇ, ਬੱਚੇ ਬੇਟੀ ਪੋਤੀ 7 ਮਹੀਨਿਆਂ ਦੀ ਸੀ, ਪੋਤਾ 2 ਸਾਲ ਦਾ, ਵੀ ਇਹ ਵੀ ਪਾਲਣੇ ਨੇ। ਫਿਰ ਮੈਂ ਥੋੜ੍ਹੀ ਹਿੰਮਤ ਕੀਤੀ। ਫਿਰ ਜਿਹੜਾ ਮੇਰਾ ਦਰਦ ਸੀ ਸਾਰਾ, ਉਹ ਮੈਂ ਫਿਰ ਕਵਿਤਾਵਾਂ ਰਾਹੀਂ ਆਪਣਾ ਲਿਖਣਾ ਸ਼ੁਰੂ ਕਰਤਾ। ਉਹਦੇ ਨਾਲ ਮੈਨੂੰ ਬਹੁਤ ਸਹਾਰਾ ਮਿਲਿਆ। ਜਿਸ ਤਰ੍ਹਾਂ ਦੀਆਂ ਜਿਹੜੀਆਂ ਇੱਕ ਕਹਿੰਦੇ ਹੁੰਦੇ ਨੇ ਕਿ ਕੋਈ ਵੀ ਕਵੀ ਹੈ ਨਾ ਜਿਹੜਾ, ਉਹ ਭਵਿੱਖਬਾਣੀ ਕਰਦਾ ਸੁਤੇ ਸਿੱਧ, ਉਹਨੂੰ ਨਹੀਂ ਪਤਾ ਹੁੰਦਾ ਮੈਂ ਕੀ ਕਹਿ ਰਿਹਾ। ਮੈਂ ਬਹੁਤ ਸਾਰੀਆਂ ਨਜ਼ਮਾਂ ਇਹੋ ਜਿਹੀਆਂ ਲਿਖੀਆਂ ਸੀ ਉਸ ਸਮੇਂ 'ਚ, ਬਗਾਨੀਆਂ ਮਾਵਾਂ ਦੇ ਪੁੱਤਾਂ ਬਾਰੇ, ਪਰ ਮੈਨੂੰ ਆਪਣੇ ਲੱਗਦੇ ਸੀ। ਉਹ ਸਾਰਾ ਕੁਛ ਮੇਰੇ ਸਾਹਮਣੇ ਆ ਗਿਆ। ਮੈਂ ਉਹਦੇ 'ਚ ਲਿਖਿਆ ਸੀ, ਕਿਉਂਕਿ ਉਦੋਂ ਕਿਹੜਾ ਨਾ ਕੋਈ ਉਹਨਾਂ ਦੀ ਲਾਸ਼ ਦਿੰਦਾ ਸੀ ਵਿਚਾਰਿਆਂ ਦੀ, ਨਾ ਕੁਛ, ਉਹ ਮੁੱਠੀ ਕੁ ਫੁੱਲ ਦੇ ਦਿੰਦੇ ਸੀ। ਮੈਂ ਉਹਦੇ 'ਚ ਵੀ ਲਿਖਿਆ ਸੀ, ਦਿੱਤੇ ਦੇਖੋ ਵੇ ਦੁਨੀਆ ਵਾਲਿਓ ਪਈ ਕਹੀ ਹਨੇਰੀ ਝੁੱਲ, ਦਿੱਤੇ ਸ਼ੇਰ ਪੁੱਤਰ ਦੇ ਬਦਲੇ ਮਾਪਿਆਂ ਨੂੰ ਮੁੱਠੀ ਕੁ ਫੁੱਲ। ਸੋ ਇਸ ਤਰ੍ਹਾਂ ਦੀਆਂ ਫਿਰ ਲਿਖਿਆ ਸੀ ਨਾ, ਦੇਖੀ ਅਰਥੀ ਉੱਠਦੀ। ਮੈਂ ਨਾ ਕੁਛ ਸੁਣਾਓ ਤੁਸੀਂ ਆਪਣੀ ਜਿਹੜੀ ਪਹਿਲੀ। ਚਲੋ ਮੈਂ ਦੋ ਇੱਦਾਂ ਹੀ ਸੁਣਾ ਦਿੰਦੀ ਹਾਂ। ਤਾਂ ਉਹਦੇ 'ਚ ਮੈਂ ਲਿਖਿਆ ਸੀ ਨਾ, ਦੇਖੀ ਅਰਥੀ ਉੱਠਦੀ,
ਨਾ ਚਿਖਾ ਸਕੇ ਤੇਰੀ ਬਾਲ, ਨਾ ਪਾ ਕੇ ਬੋੜੀ ਆਖਿਆ ਵੇ ਸਾਨੂੰ ਲੈ ਚੱਲ ਆਪਣੇ ਨਾਲ। ਸੋ ਇਹ ਜਿਹੜਾ ਸੀ ਉਹ ਮੇਰੇ ਤੇ ਹੀ ਢੁੱਕਿਆ, ਕਿਉਂਕਿ ਉਹ ਮੈਂ ਤਾਂ ਬਗਾਨੇ ਪੁੱਤਾਂ ਦੀ ਗੱਲ ਕਰਦੀ ਸੀ ਜਿਹੜੇ ਮੈਨੂੰ ਆਪਣੇ ਲੱਗਦੇ ਸੀ। ਜਦੋਂ ਮੇਰੇ ਬੱਚੇ ਨੂੰ ਦੁਨੀਆ ਤੋਂ ਜਾਣਾ ਪਿਆ, ਲੈ ਗਿਆ ਡਾਢਾ, ਉਹ ਫਿਰ ਮੈਨੂੰ ਬਹੁਤ ਕੁਛ ਯਾਦ ਆਇਆ। ਨਾ ਮੈਂ ਉਹਨੂੰ ਜਾਂਦੇ ਨੂੰ ਦੇਖਿਆ, ਨਾ ਮੈਂ ਉਹਦੀ ਅਰਥੀ ਉੱਠਦੀ ਦੇਖੀ ਹੈ, ਕਿਉਂਕਿ ਮੈਂ ਵੀ ਨਾਲ ਸੀ ਐਕਸੀਡੈਂਟ 'ਚ, ਮੈਂ ਬੇਹੋਸ਼ ਸੀਗੀ। ਉਹ ਫਿਰ ਮੈਨੂੰ ਇਹ ਚੀਜ਼ਾਂ ਪਤਾ ਲੱਗੀਆਂ ਵੀ ਇਹ ਸੱਚ ਵਾਕਿਆ ਹੀ ਨਾ ਜਿਹੜਾ ਹੈਗਾ ਕਵੀ ਇਹ ਭਵਿੱਖਬਾਣੀ ਕਰਦਾ। ਸੋ ਸਾਰੀਆਂ ਮੇਰੇ ਤੇ ਢੁੱਕ ਗਈਆਂ। ਤੇ ਇਹਦੀ ਕਿਤਾਬ ਪਹਿਲੀ ਭੂਮਿਕਾ ਤੁਸੀਂ ਸ਼ੁਰੂ ਕੀਤੀ ਹੈ, ਪੀ ਸਕਾਂ ਜ਼ਹਿਰ ਜੋ ਦੁਨੀਆ ਦੇ ਆਖੇ, ਮੈਂ ਮੀਰਾ ਨਹੀਂ ਸ਼ੁਕਰਾਤ ਨਹੀਂ ਹਾਂ, ਇੱਕ ਆਮ ਜਹੀ ਔਰਤ ਹਾਂ ਮੈਂ, ਇਨਸਾਨ ਹਾਂ ਦੇਵੀ ਜਾਤ ਨਹੀਂ ਹਾਂ। ਤੇ ਇਹਦੇ ਵਿੱਚ ਇੱਕ ਜੋ ਕਹਿੰਦੀ ਬਦਲ ਜੁਝਾਰ ਉਹ ਚੀਜ਼ ਭਾਲਦੀ ਹੈ, ਉਹ ਚੀਜ਼ ਦਿਖਦੀ ਹੈ ਇਹਦੇ ਵਿੱਚ। ਜੁਝਾਰਵਾਦੀ ਇੱਕ ਤਰੀਕੇ ਦੇ ਕਹਤਾ ਵੀ ਦੂਜੇ ਨੂੰ ਹੌਸਲਾ ਦਿੰਦੀ ਹੈ ਵੀ ਲੜਨਾ ਮਨਜ਼ੂਰ ਹੈ, ਮਰਨਾ ਮਨਜ਼ੂਰ ਨਹੀਂ। ਬਿਲਕੁਲ ਹਾਂਜੀ। ਹੁੰਦਾ ਵੀ ਹਾਂ ਤੁਸੀਂ ਬਲਿਦਾਨ ਦੇ ਦਿਓ ਆਪਣਾ, ਭਾਵੇਂ ਆਪਣਾ ਸਿਖਾਇਆ, ਪਰ ਇਹ ਹੈ ਵੀ ਜੂਝਣਾ ਵੀ ਸਿਖਾਇਆ, ਜੂਝਣਾ ਪਿਆ ਮੈਨੂੰ, ਜੂਝਣਾ ਪਿਆ। ਹਾਂ ਮੈਨੂੰ ਜਿਉਂ ਹੀ ਮੈਂ ਬਚਪਨ ਦੀ ਸੁਪਨਿਆਂ ਵਰਗੀ ਉਮਰ ਤੋਂ ਬਾਹਰ ਆਈ ਨਾ, ਮੈਂ ਉਦੋਂ ਤੋਂ ਹੀ ਜੂਝ ਰਹੀ ਹਾਂ। ਪਰ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਵੀ ਮੈਂ ਹਾਰਨਾ ਨਹੀਂ ਸਿੱਖਿਆ। ਮੈਂ ਕਹਿੰਦੀ ਹੁੰਦੀ ਹਾਂ ਮੇਰੀ ਤੇ ਮੇਰੀ ਤਕਦੀਰ ਦੀ ਬਸ ਇਹੋ ਜੰਗ ਹੈ। ਉਹ ਮੇਰੇ ਹੌਸਲੇ, ਮੈਂ ਉਹਦੇ ਫੈਸਲਿਆਂ ਤੋਂ ਤੰਗ ਹਾਂ, ਉਹ ਮੇਰੇ ਹੌਸਲਿਆਂ ਤੋਂ ਤੰਗ ਹੈ। ਵਾਹ। ਤਕਰੀਬਨ ਤੁਹਾਡੀ ਜਿਹੜੀ ਕਿਤਾਬਾਂ ਦੀ ਗਿਣਤੀ 18 ਦੇ ਕਰੀਬ ਹੋ ਗਈ ਹੈ। 19 ਕਿਤਾਬਾਂ 19 ਵੀ ਮੇਰੇ ਹੱਥ ਦੇ ਵਿੱਚ। ਹਾਂਜੀ ਹਾਂ 19 ਤੁਹਾਡੇ ਕੋਲ ਜਿਹੜੀ ਤੁਸੀਂ ਜੀਵਨੀ ਲਿਖੀ ਹੋਈ ਹੈ। ਤੇ ਇਹਦੇ ਵਿੱਚ ਫਿਰ ਤੁਸੀਂ ਜਿਹੜਾ ਲਿਖਿਆ ਉਹ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਕਾਫੀ ਕੁਝ ਹੈਗਾ, ਜਿਹਦੇ ਵਿੱਚ ਬਦਲ ਗਿਆ ਮੇਰਾ ਪਿੰਡ ਜਿਹੜੀ ਉਹ ਕਿਤਾਬ ਪਈ ਹੈ। ਇਹ ਇੱਕ ਖੋਜ ਪੱਤਰਿਕਾ ਜਿਹੜੀ ਪੰਜਾਬ ਯੂਨੀਵਰਸਿਟੀ ਵੱਲੋਂ ਵੀ ਪ੍ਰਕਾਸ਼ਿਤ ਕੀਤੀ ਗਈ। ਤਾਂ ਮੈਂ ਚਾਹੂੰਗਾ ਕਿ ਪੰਜਾਬੀ ਸੱਭਿਆਚਾਰ ਨਾਲ ਜੁੜੀ ਹੋਈ ਜਿਹੜੀ ਰਚਨਾਵਾਂ ਨੇ ਉਹਦੇ ਵਿੱਚੋਂ ਕੁਝ ਕਿਤਾਬਾਂ ਦੇ ਵਿੱਚ ਤੁਸੀਂ ਕੀ ਜ਼ਿਕਰ ਕੀਤਾ, ਕੀ ਅਹਿਮ ਰਿਹਾ, ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਖਾਸ ਤੌਰ ਤੇ ਜਿਹੜੀ ਇਹ ਕਿਤਾਬ ਬਦਲ ਗਿਆ ਮੇਰਾ ਪਿੰਡ, ਇਹਦੀ ਕੀ ਖਾਸੀਅਤ ਕੀ ਹੈ? ਬਦਲ ਗਿਆ ਮੇਰੇ ਪਿੰਡ 'ਚ ਮੈਨੂੰ ਕਿਉਂਕਿ ਅਖਬਾਰਾਂ 'ਚ ਮੇਰਾ ਬਹੁਤ ਛਪਦਾ ਸੀਗਾ ਜੀ, ਤੇ ਇਹ ਸੱਭਿਆਚਾਰ ਬਾਰੇ ਲਿਖਣ ਕਾਰਨ ਮੇਰੀ ਕਵਿਤਾ ਤਾਂ ਕਿਧਰੇ ਗਈ, ਮੇਰੇ ਨਾਂ ਤੇ ਠੱਪਾ ਹੀ ਸੱਭਿਆਚਾਰ ਦਾ ਲੱਗਿਆ ਵੀ ਇਹ ਸੱਭਿਆਚਾਰ ਦੀ ਲੇਖਕਾ ਹੈ। ਚਲੋ ਖੈਰ ਮੇਰੀ ਹੋਰ ਸ਼ਿੱਦਤ ਬਣ ਗਈ, ਮੈਂ ਹੋਰ ਲਿਖਦੀ ਰਹੀ। ਪੰਜਾਬੀ ਟ੍ਰਿਬਿਊਨ 'ਚੋਂ ਮੈਨੂੰ ਸਰਦਾਰ ਸੁਰਿੰਦਰ ਸਿੰਘ ਹੁੰਦੇ ਸੀ, ਰਿਟਾਇਰ ਹੋ ਗਏ ਹੁਣ, ਉਹਨਾਂ ਨੇ ਮੈਨੂੰ ਬਹੁਤ ਉਤਸ਼ਾਹ ਦਿੱਤਾ। ਈਵਨ ਕਿ ਮੈਂ ਗੁਹਾਰਿਆਂ ਬਾਰੇ ਵੀ ਲਿਖਿਆ ਕਿ ਗੁਹਾਰੇ ਕਿਵੇਂ ਲਾਏ ਜਾਂਦੇ ਸੀ, ਉਹ ਤਿਥਾਂ ਕੀ ਹੁੰਦੀਆਂ ਸੀ, ਕਿਵੇਂ ਲਗਾਉਂਦੇ ਸੀਗੇ, ਉਹ ਪੁੱਛ ਕੇ ਮੈਂ ਸਾਰਾ ਲਿਖਿਆ। ਨਾ ਕੁੱਪ ਦਾ ਪਤਾ ਨਾ ਗੁਹਾਰਿਆਂ ਦਾ ਪਤਾ। ਹਾਂਜੀ ਹਾਂ ਉਹ ਸਾਰਾ ਉਹਨਾਂ ਨੇ ਫਿਰ ਮੈਨੂੰ ਇਸ ਰਾਹ ਜ਼ਿਆਦਾ ਤੋਰਿਆ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ। ਫਿਰ ਜਦੋਂ ਮੇਰਾ ਇਹ ਸਾਰਾ ਕੁਝ ਪੜ੍ਹ ਕੇ ਯੂਨੀਵਰਸਿਟੀ ਮੈਂ ਅਕਸਰ ਜਾਂਦੀ ਸੀ, ਮੈਨੂੰ ਬੁਲਾਉਂਦੇ ਸੀ ਉਹ, ਤੇ ਉਹਨਾਂ ਨੇ ਫਿਰ ਕਿਹਾ ਵੀ ਸਾਨੂੰ ਤੁਸੀਂ ਇਹਦੇ ਤੇ ਕੰਮ ਕਰਕੇ ਦਿਓ। ਡਾਕਟਰ ਅਮਰ ਕੋਮਲ ਨੇ ਪਟਿਆਲੇ, ਉਹਨਾਂ ਨੇ ਮੈਨੂੰ ਸਪੈਸ਼ਲੀ ਕਿਹਾ, ਕਹਿੰਦੇ ਬੀਬਾ ਤੁਸੀਂ ਇੰਨਾ ਲਿਖਦੇ ਹੋ ਪੰਜਾਬੀ ਸੱਭਿਆਚਾਰ ਬਾਰੇ, ਤੁਸੀਂ ਇਹਦੀ ਇੱਕ ਕਿਤਾਬ ਕਰੋ ਤਿਆਰ ਵੱਡੀ ਜੀ। ਤੇ ਉਹ ਕੁਦਰਤੀ ਫਿਰ ਮੈਨੂੰ ਪੰਜਾਬੀ ਯੂਨੀਵਰਸਿਟੀ ਵਾਲਿਆਂ ਨੇ ਕਿਹਾ। ਫਿਰ ਮੈਂ ਉਹ ਇਸ ਤਰ੍ਹਾਂ ਲਿਖੀ, ਇਹ ਬਦਲ ਗਿਆ ਮੇਰਾ ਪਿੰਡ ਵੀ, ਪਿੱਛੇ ਕੀ ਹੁੰਦਾ ਸੀ ਹੁਣ ਕੀ ਹੈ। ਉਹਦੇ 'ਚੋਂ ਮੈਂ ਇਹਨੂੰ ਪੇਂਡੂ ਰਾਹਾਂ ਤੋਂ ਸ਼ੁਰੂ ਕੀਤਾ, ਕਿਉਂਕਿ ਉਦੋਂ ਸੜਕਾਂ ਤਾਂ ਹੁੰਦੀਆਂ ਸੀ ਸਾਡੇ ਜ਼ਮਾਨੇ 'ਚ। ਉਹ ਕੱਚੇ ਪਹੇ ਬਰਸਾਤ ਦੇ ਦਿਨਾਂ 'ਚ ਬੰਦਿਆਂ ਨੇ ਪਜਾਮੇ, ਜਨਾਨੀਆਂ ਨੇ ਸਲਵਾਰਾਂ ਗੋਡਿਆਂ ਤੱਕ ਚੜਾ ਕੇ ਲੰਘਣਾ। ਉੱਥੋਂ ਸ਼ੁਰੂ ਕਰਕੇ ਮੈਂ ਫਿਰ ਬੰਨੇ 'ਚ, ਪਿੰਡ 'ਚ, ਘਰਾਂ 'ਚ ਵੜ ਕੇ ਉਹ ਸਾਰਾ ਕੁਝ ਲਿਖਿਆ, ਸਾਰੇ ਰੀਤੀ ਰਿਵਾਜ, ਉਹਨਾਂ ਦਾ ਰਹਿਣ ਸਹਿਣ, ਬਰਤਨ, ਤਿਉਹਾਰ, ਉਹ ਅਖੀਰ ਕੇ ਬੰਦੇ ਦੇ ਅੰਤਮ ਸੰਸਕਾਰ ਔਰ ਉਹਦੇ ਭੋਗ ਤੱਕ ਦੀਆਂ ਰਸਮਾਂ ਜਾਂ ਉਹ ਤੋਂ ਬਾਅਦ ਵਾਲੀਆਂ, ਉਹ ਮੈਂ ਸਾਰੀਆਂ ਇਹਦੇ 'ਚ ਕੀਤਾ। ਮੈਂ ਕਿਤਾਬ ਤੁਹਾਡਾ 35 ਵਰਕ ਕੇ ਦੇਖਿਆ, ਸੱਪ ਤੋਂ ਨਾ ਡਰਦੀ, ਸੀਂਹ ਤੋਂ ਨਾ ਡਰਦੀ, ਇੱਕ ਮਾਰ ਲਈ ਤਾਂ ਪਕੂਏ ਨੇ। ਹਾਂ ਮਾਰ ਲਈ, ਡਰਦੀ ਤਾਂ ਪਕੂਏ, ਇੱਕ ਤਾਂ ਪਕੂਏ ਤੋਂ ਡਰਦੀ। ਸਾਡੇ ਸੀਗਾ ਸੱਪ ਤੋਂ ਡਰਦੀ, ਸੀਂਹ ਤੋਂ ਨਾ ਡਰਦੀ, ਇੱਕ ਮਾਰ ਲਈ ਤਾਂ ਪਕੂਏ ਨੇ। ਮਾਰ ਲਈ ਤਾਂ ਪਕੂਏ ਨੇ। ਇੱਕ ਬੜੀ ਸੋਹਣੀ ਕਹਾਣੀ ਹੁੰਦੀ ਸੀ, ਸਾਡੀ ਦਾਦੀ ਜੀ ਸੁਣਾਉਂਦੇ ਸੀਗੇ ਵੀ ਇੱਕ ਵਾਰ ਜੰਗਲ ਦੇ ਵਿੱਚ ਬਜ਼ੁਰਗ ਬੀਬੀ ਦਾ ਘਰ ਹੁੰਦਾ ਜਿਵੇਂ, ਤੇ ਉੱਥੇ ਕਾਫੀ ਲੰਮੀ ਚੌੜੀ ਬਾਤ ਨਹੀਂ, ਤੱਤ 'ਚ ਇੱਥੇ ਆ ਕੇ ਵੀ ਮੀਂਹ ਪੈਣ ਲੱਗ ਜਾਂਦਾ ਬਹੁਤ, ਤੇ ਉਹ ਸੱਪ ਸੁੱਪ ਵਗੈਰਾ ਜਿਹੜੇ ਆਪਣੇ ਸ਼ੇਰ ਸੀ ਉਹਦੀ ਕੋਠੀ ਦੇ ਨੇੜੇ ਜਿੱਥੇ ਰਹਿੰਦੇ ਉੱਥੇ ਆ ਕੇ ਰੁਕ ਜਾਂਦਾ। ਤੇ ਉਹ ਜਦੋਂ ਬੇਬੇ ਅੰਦਰੋਂ ਕਹਿੰਦੀ ਸੱਪ ਤੋਂ ਡਰਦੀ, ਸੀਂਹ ਤੋਂ ਡਰਦੀ, ਇੱਕ ਮਾਰ ਲਈ ਤਪਕਾਊਏ ਨੇ, ਉਹ ਵੀ ਡਰਦੇ ਨੇ ਵੀ ਇਹ ਜੀ ਸੱਪ ਤੋਂ ਉੱਤੇ ਕਿਹੜੀ ਸ਼ੇਰ ਹੈ ਜਿਹਨੂੰ ਡਰਦੀ ਆ, ਉਹ ਤੋਂ ਡਰਦੀ ਆ। ਸਾਡੇ ਕਹਿੰਦੇ ਹੁੰਦੇ ਸੀ, ਅੱਜ ਕੱਲ੍ਹ ਬਰਸਾਤਾਂ 'ਚ ਕੱਚੇ ਘਰ ਹੁੰਦੇ ਸੀ, ਤੇ ਉਹ ਚੂਹਿਆਂ ਦੀਆਂ ਜਿਹੜੀਆਂ ਚੋਰ ਮੋਰੀਆਂ ਕੀਤੀਆਂ ਹੁੰਦੀਆਂ ਸੀ, ਉੱਥੋਂ ਫਿਰ ਚੋਣ ਲੱਗ ਜਾਂਦੀ ਸੀ ਛੱਤਾਂ। ਉਹ ਕਹਿੰਦੇ ਹੁੰਦੇ ਸੀ ਸੱਪ ਤੋਂ ਨਾ ਡਰਦੀ, ਸੀਂਹ ਤੋਂ ਨਾ ਡਰਦੀ, ਤਪਕੂਏ ਤੋਂ ਡਰਦੀ। ਤਪਕੂਆ ਮਤਲਬ ਜਿਹੜਾ ਤਿਪ ਪਾਣੀ 'ਚ ਆਉਂਦਾ ਹੈ। ਹਾਂ ਚਲੋ ਹੁਣ ਤਾਂ ਕਦੇ ਘਰ ਪੱਕੇ ਹੋ ਗਏ, ਉਹੀ ਚੇਂਜ ਹੈ। ਤਪਕੂਏ ਕਿੱਥੇ ਗਏ, ਨਾ ਪਤਾ ਇਹ ਤਪਕੂਆ ਕੀ ਆ, ਹਾਂ ਕਿਸੇ ਨੂੰ ਪਤਾ ਹੀ ਨਹੀਂ। ਤੇ ਵਿੱਚ ਇਹਦੇ ਨਾਲ ਇੱਕ ਵੀ ਜਦੋਂ ਪੰਜਾਬੀ ਸੱਭਿਆਚਾਰ ਦੀ ਗੱਲ ਕਰਦੇ ਤੇ ਲੋਕ ਗੀਤ ਤੇ ਪਹਿਰਾਵਾ ਬੜਾ ਮੇਨ ਆ ਜਾਂਦਾ, ਖਾਸ ਤੌਰ ਤੇ ਇਹਦੀ ਸਕੀਰੀਆਂ।
ਮੈਂ ਚਾਹੂੰਗਾ ਤੁਹਾਡੀ ਕਿਤਾਬ ਇਹਦੇ ਵਿੱਚ ਜਿਹੜੀਆਂ ਸਾਖ ਸਕੀਰੀਆਂ ਤੇ ਰਹੋ ਰੀਤਾਂ, ਇਹਦੇ ਵਿੱਚੋਂ ਤੁਸੀਂ ਨਿਬੰਧ ਜਿਹੜਾ ਸੰਗ੍ਰਹਿ ਹੈ 2011 'ਚ ਇਹ ਤੁਹਾਡਾ ਪਬਲਿਸ਼ ਹੋਇਆ, ਤਾਂ 2-4 ਗੱਲਾਂ ਬਾਤਾਂ ਜਾਂ ਇਹਦੇ ਵਿੱਚੋਂ ਵੀ ਸਾਡੇ ਨਾਲ ਸਾਖ ਸਕੀਰੀ ਨਾਲ ਸੰਬੰਧਿਤ ਸਾਡੇ ਨਾਲ ਸਾਂਝੀਆਂ ਕਰੋ। ਹਾਂਜੀ, ਇਹ ਜਿਹੜੀ ਪੰਜਾਬੀ ਸਾਖ ਸਕੀਰੀਆਂ ਤੇ ਰਹੁ ਰੀਤਾਂ ਕਿਤਾਬ ਹੈ ਮੇਰੀ, ਇਹਦੇ 'ਚ ਆਪਾਂ ਆਮ ਕਰ ਲੈਂਦੇ ਹਾਂ ਗੱਲ, ਜਿਹੜੇ ਆਪਣੇ ਆਮ ਰਿਸ਼ਤੇ ਨੇ, ਜਿਵੇਂ ਮਾਂ ਧੀ ਕਹਿ ਲਓ, ਪਿਓ ਧੀ, ਤੇ ਸੱਸ ਨੂੰ ਨਣਦ ਭਰਜਾਈ, ਇੱਦਾਂ ਦੇ। ਇਹਦੇ 'ਚ 2 ਰਿਸ਼ਤਿਆਂ ਤੇ ਸਾਡੇ ਗੱਲ ਨਹੀਂ ਹੋਈ ਹੈ, ਉਹ ਮੈਂ ਇਹਦੇ 'ਚ ਕੀਤੀ ਹੈ। ਇੱਕ ਤਾਂ ਹੈਗਾ ਸੌਕਣ ਦਾ ਰਿਸ਼ਤਾ ਜੀ, ਇਹ ਭਾਵੇਂ ਹੁਣ ਅੰਦਰ ਖਾਤੇ ਰਹਿ ਗਿਆ ਲੁਕਮਾ, ਇਹ ਸਾਹਮਣੇ ਤਾਂ ਹੈ ਨਹੀਂ ਕਿਉਂਕਿ ਕਾਨੂੰਨ ਬਣ ਗਿਆ ਵੀ ਤੁਸੀਂ ਦੂਜਾ ਵਿਆਹ ਨਹੀਂ ਕਰਵਾ ਸਕਦੇ, ਤੇ ਜਿਹੜਾ ਲੁਕਮਾ ਹੈ ਉਹ ਅਜੇ ਵੀ ਚੱਲਦਾ ਹੈ, ਉਹਨੂੰ ਅਸੀਂ ਗਰਲਫ੍ਰੈਂਡ ਦਾ ਨਾਂ ਦੇ ਦਿੰਦੇ ਨੇ ਹੁਣ ਲੋਕ, ਤੇ ਉਹਦੇ ਤੇ ਮੈਂ ਕੀਤਾ ਜ਼ਿਕਰ। ਤੇ ਮੈਨੂੰ ਮੇਰਾ ਪੰਜਾਬੀ ਟ੍ਰਿਬਿਊਨ 'ਚ ਛਪਿਆ ਸੀ, ਮੈਨੂੰ ਉਹਨਾਂ ਔਰਤਾਂ ਦੇ ਫੋਨ ਆਏ ਜਿਹੜੀਆਂ ਇਹ ਅੱਜ ਵੀ ਦਰਦ ਹੰਢਾ ਰਹੀਆਂ ਨੇ, ਲੇਕਿਨ ਲੁਕਵੇਂ ਢੰਗ ਨਾਲ। ਤੇ ਇੱਕ ਉਹਦੇ ਤੇ ਮੈਂ ਲਿਖਿਆ, ਇੱਕ ਮਾਮੀ ਦੋਤੇ ਦਾ ਜਿਹੜਾ ਰਿਸ਼ਤਾ ਹੈ ਸਾਡੇ ਸਮਾਜ 'ਚ, ਇਹ ਵੀ ਕਈ ਵਾਰੀ ਖਤਰਨਾਕ ਰੂਪ ਵੀ ਧਾਰਨ ਕਰ ਜਾਂਦਾ ਸੀ, ਆਪਣੇ ਕਦਰਾਂ ਕੀਮਤਾਂ ਤੋਂ ਬਾਹਰ ਵੀ ਚਲਿਆ ਜਾਂਦਾ ਸੀਗਾ, ਤੇ ਉੱਥੇ ਆ ਕੇ ਫਿਰ ਕਈ ਵਾਰੀ ਕਤਲੋਗਰਤ ਵੀ ਹੁੰਦੀ ਸੀਗੀ। ਤੇ ਹਾਲਾਂਕਿ ਇਹ ਮਾਮੀ ਦੋਤਿਆਂ ਦਾ ਰਿਸ਼ਤਾ ਮਾਂ ਤੇ ਪੁੱਤ ਵਾਲਾ ਹੀ ਹੈ, ਆਪਾਂ ਮੰਨੀਏ ਇਹਨੂੰ, ਤੇ ਉਹਦੇ ਤੇ ਮੈਂ ਲਿਖਿਆ ਇਹਦੇ 'ਚ ਇਹ ਬਹੁਤ ਪਵਿੱਤਰ ਰਿਸ਼ਤਾ ਹੈ, ਮਾਂ ਵਾਲਾ ਰਿਸ਼ਤਾ, ਪਰ ਇਹਨੂੰ ਕਈ ਵਾਰੀ ਇਹ ਗਲਤ ਪਾਸੇ ਚਲਿਆ ਜਾਂਦਾ ਸੀਗਾ। ਇੱਕ ਹੋਰ ਗੱਲ ਹੈ ਵੀ ਮਾਮੀ ਦੋਤੇ ਦੇ ਰਿਸ਼ਤੇ ਤੇ ਸਾਨੂੰ ਲੋਕਾਂ ਵਿੱਚ 1-2 ਹਲਕੇ ਪੱਧਰ ਦੀਆਂ ਬੋਲੀਆਂ ਮਿਲਦੀਆਂ ਨੇ, ਜਾਂ ਇੱਕ ਬਹੁਤ ਭਾਵਪੂਰਤ ਗਾਉਣ ਹੈ ਮੇਰੀ ਕਿਤਾਬ 'ਚ, ਮੈਂ ਉਹ ਕੀਤਾ ਪੰਜਾਬਣਾਂ ਦੇ ਗੀਤ। ਹਾਂ, ਉਹਦੇ 'ਚ ਹੈਗਾ ਉਹ ਮਤਲਬ ਮਾਮੀ ਤੇ ਦੋਤੇ ਦੇ ਸਵਾਲ ਜਵਾਬ ਨੇ। ਉਹ ਮਾਮੀ ਕਹਿੰਦੀ ਹੈ, ਤੇਰੇ ਕਾਰਨ ਦੋਤਿਆ ਬਾਗ ਲਵਾਵਾਂ ਵੇ, ਬਾਗਾਂ ਦਾ ਮਾਲਕ ਦੋਤਿਆ ਤੂੰ ਬਣ ਜਾਣਾ ਵੇ। ਮਤਲਬ ਉਹਨੂੰ ਤੁਸੀਂ ਕਹਿ ਲਓ ਵੀ ਜਾਂ ਤਾਂ ਗੁੰਮਰਾਹ ਕਰਦੀ ਹੈ ਜਾਂ ਕੁਛ, ਉਹ ਅੱਗੋਂ ਜਵਾਬ ਦਿੰਦਾ ਹੈ। ਉਹ ਕਹਿੰਦਾ, ਬਾਗਾਂ ਦਾ ਮਾਲਕ ਮਾਮੀ ਮਾਮੇ ਦਾ ਬੇਟਾ ਨਹੀਂ, ਮੈਂ ਪਰਦੇਸੀ ਦੋਤਾ ਮੁੜ ਵਤਨਾਂ ਨੂੰ ਜਾਣਾ ਨਹੀਂ। ਉਹ ਫਿਰ ਉਹ ਕਹਿੰਦੀ ਹੈ, ਫਿਰ ਤੇਰੇ ਕਾਰਨ ਕੂਆ ਲਵਾਵਾਂ ਵੇ, ਕੂਏ ਦਾ ਮਾਲਕ ਦੋਤਿਆ ਤੂੰ ਬਣ ਜਾਣਾ ਵੇ। ਉਹ ਫਿਰ ਉਹੀ ਕਹਿੰਦਾ, ਬਾਗਾਂ ਦਾ ਮਾਲਕ ਮਾਮੀ, ਕੂਏ ਦਾ ਮਾਲਕ ਮਾਮੀ ਮਾਮੇ ਦਾ ਬੇਟਾ ਨਹੀਂ, ਮੈਂ ਪਰਦੇਸੀ ਦੋਤਾ ਮੁੜ ਵਤਨਾਂ ਨੂੰ ਜਾਣਾ ਨਹੀਂ। ਇਹ ਮੈਨੂੰ ਯਾਦ ਆਉਂਦਾ ਸਾਡੀਆਂ ਜਿਹੜੀਆਂ ਵਿਚਾਰੀਆਂ ਪਿੰਡੂ ਅਨਪੜ੍ਹ ਪਰ ਬਹੁਤ ਸੂਝਵਾਨ ਔਰਤਾਂ ਸੀਗੀਆਂ, ਉਹ ਵਤਨਾਂ ਨੂੰ ਕਿਹਾ ਕਰਨ, ਬਚਨਾਂ ਨੂੰ ਜਾਣਾ ਨਹੀਂ। ਉਹ ਮੈਨੂੰ ਸਮਝ ਨਾ ਆਇਆ ਕਰੇ ਵੀ ਬਚਨ ਕੀ, ਕਿਹੜਾ ਦੇਸ਼ ਹੋਇਆ ਵੀ ਬਚਨਾਂ ਨੂੰ ਜਾਣਾ। ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਵਤਨ ਸ਼ਬਦ ਨੂੰ ਬਚਨਾ ਕਹਿੰਦੀਆਂ ਨੇ ਇਹ। ਸੋ ਇਸ ਤਰ੍ਹਾਂ ਦਾ ਇਹਦੇ ਤੇ ਮੈਂ ਲਿਖਿਆ। ਇਹ 2 ਚੀਜ਼ਾਂ ਮੈਂ ਇਹਦੇ 'ਚ ਅਲੱਗ ਕੀਤੀਆਂ ਨੇ। ਬਾਕੀ ਨਣਦ ਭਰਜਾਈ, ਦਿਓਰ ਦਰਾਣੀ, ਇਹ ਤਾਂ ਆਮ ਸਾਡੇ ਰਿਸ਼ਤੇ ਨੇ, ਭੈਣ ਭਰਾ। ਪੰਜਾਬਣ ਦੇ ਲੋਕ ਗੀਤ ਫਿਰ ਇਕੱਠੇ ਕਰਨ 'ਚ ਕਿੰਨੀ ਕੁ ਮਿਹਨਤ ਲੱਗੀ ਤੁਹਾਨੂੰ? ਇਹ ਮੈਂ ਕੁਛ ਤਾਂ ਮੈਨੂੰ ਆਪ ਨੂੰ ਆਉਂਦਾ ਇਹ ਬਹੁਤ। ਲੋਕਾਂ ਨਾਲ ਮੈਂ ਬਚਪਨ ਤੋਂ ਹੀ ਜੁੜੀ ਹੋਈ ਹਾਂ। ਮੈਂ ਗਾਉਂਦੀ ਵੀ ਹੁੰਦੀ ਸੀ ਵਿਆਹਾਂ ਕਰਦਿਆਂ 'ਚ। ਅੱਗੇ 10-12 ਦਿਨ 15 ਦਿਨ ਪਹਿਲਾਂ ਬਿਠਾਉਂਦੇ ਸੀ, ਉਹਨੂੰ ਕਹੇ ਸੀ ਗੀਤ ਗਾਉਣ ਬਿਠਾਉਣੇ, ਜਾਂ ਆਮ ਤਾਂ ਪਿੰਡਾਂ 'ਚ ਕਹਿੰਦੇ ਸੀ ਗੀਤ ਗਾਉਣੇ ਸ਼ੁਰੂ ਕਰਨੇ ਨੇ। ਤੇ ਉਹ ਫਿਰ ਮੇਰੇ ਜ਼ਿਹਨ 'ਚ ਪਈਆਂ ਸੀ ਚੀਜ਼ਾਂ ਬਚਪਨ ਤੋਂ ਹੀ। ਤੇ ਇੱਕ ਸਾਡੇ ਪਿੰਡ ਸੀਗੀ, ਸਾਡੇ ਘਰ ਗੁਆਂਢ ਜਿਹੇ 'ਚ ਸੀਗੀ ਵਹੁਟੀ, ਉਹ ਗਾਉਂਦੀ ਹੁੰਦੀ ਸੀ, ਅੱਜ ਉੱਚਾ ਵਿਹੜਾ ਵੇ ਚਰਖਾ ਕੱਤਦੀ ਵੀਰਾ, ਅੱਜ ਆ ਜਾ ਕੱਲ੍ਹ ਨੂੰ ਆ ਜਾ, ਪਰਸੋਂ ਨੂੰ ਆਈ ਵੇ ਕੰਮ ਜ਼ਰੂਰੇ। ਵੀ ਮਤਲਬ ਕਦੇ ਵੀ ਆ ਜਾ, ਮੈਨੂੰ ਬਹੁਤ ਜ਼ਰੂਰੀ ਕੰਮ ਹੈ। ਅੱਗੋਂ ਉਹ ਜਵਾਬ ਦਿੰਦਾ ਸੀ, ਅੱਜ ਨਹੀਂ ਆਉਂਦਾ ਕੱਲ੍ਹ ਨਹੀਂ ਆਉਂਦਾ ਭੈਣੇ, ਪਰਸੋਂ ਨੂੰ ਆਉਂ ਨਹੀਂ ਕੰਮ ਜ਼ਰੂਰੇ। ਚਲੋ ਫਿਰ ਉਹ ਭਰਾ ਆ ਜਾਂਦਾ ਹੈ। ਉਹ ਕਹਿੰਦਾ, ਲੰਮਾ ਵਿਹੜਾ ਨਹੀਂ ਚਰਖਾ ਮੰਜਾ ਡਾਹ ਭੈਣੇ, ਦੁੱਖ ਸੁੱਖ ਕਰੀਏ ਨਹੀਂ ਭੈਣ ਭਰਾਏ। ਫਿਰ ਉਹ ਦੋਨੇ ਭੈਣ ਭਰਾ ਦੁੱਖ ਸੁੱਖ ਕਰਦੇ ਆ। ਉਹ ਫਿਰ ਕਹਿੰਦੀ ਹੈ, ਨਿੱਕੇ ਹੁੰਦਿਆਂ ਦੇ ਵੇ ਮਾਪੇ ਮਰ ਗਏ ਵੀਰਾ, ਗਲੀਆਂ ਰੁਲਦੇ ਵੇ ਰੰਗ ਮਜੀਠੇ। ਤੇ ਉਹ ਜਦੋਂ ਉਹ ਗਾਉਂਦੀ ਸੀ ਨਾ, ਉਹਦੇ ਆਪਣੇ ਵੀ ਮਾਂ-ਬਾਪ ਨਹੀਂ ਸੀ। ਹਾਲਾਂਕਿ ਮੈਂ ਜ਼ਿਆਦਾ ਤੋਂ ਜ਼ਿਆਦਾ 10 ਸਾਲ ਦੀ ਹੋਊਂਗੀ ਉਦੋਂ, ਮੈਨੂੰ ਅੱਜ ਤੱਕ ਯਾਦ ਹੈ। ਕਿੰਨੀਆਂ ਬੋਲੀਆਂ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ, ਸੁੱਕੀ ਖੰਡ ਪਾਈ ਤੇਰੀ ਮੈਂ ਮਰ ਜੇ। ਹਾਂਜੀ ਹਾਂ, ਤੇ ਬੜੇ ਬਹੁਤ ਇਹਦੇ 'ਚ ਬਹੁਤ ਡੂੰਘੇ ਅਰਥ ਵੀ ਨੇ ਇਹਨਾਂ ਚੀਜ਼ਾਂ 'ਚ। ਤੇ ਇਹਦੇ 'ਚ ਤੁਸੀਂ ਦੇਖੋ, ਇਹ ਤਾਂ ਹੋ ਗਿਆ ਕਿ ਲੋਕਾਂ ਨਾਲ ਮੈਂ ਜੁੜੀ ਹੋਈ ਸੀ। ਫਿਰ ਮੈਂ ਤੁਹਾਨੂੰ ਦੱਸਿਆ ਵੀ ਇੱਕ ਪਿੰਡ 'ਚ ਭਰਜਾਈ ਲੱਗਦੀ ਹੈ ਮੇਰੀ, ਉਹਦੀ ਉਮਰ 80 ਸਾਲ ਦੀ ਹੋ ਗਈ ਹੋਣੀ ਹੁਣ। ਤੇ ਕੁਛ ਮੈਨੂੰ ਯਾਦ ਹੁੰਦਾ ਸੀ, ਉਹ ਹੈਰਾਨ ਹੁੰਦੀ ਸੀ। 1-2 ਗੱਲਾਂ ਸਾਨੂੰ ਜ਼ਰੂਰ ਮੈਂ ਕਹਿੰਦਾ ਸੁਣਾਓ, ਕੋਈ ਇਹੋ ਜਿਹਾ ਟੋਟਕਾ, ਕੋਈ ਜੇ ਤੁਹਾਨੂੰ ਯਾਦ ਹੋਵੇ ਹੋਰ, ਜਿਵੇਂ ਹੁਣ ਤੁਸੀਂ ਸੁਣਾਇਆ ਸੀ ਕੋਈ ਬੋਲੀ ਪੁਰਾਣੀ ਰਿਸ਼ਤੇ ਨਾਲ ਸੰਬੰਧਿਤ, ਭੈਣ ਭਾਈ ਬੋਲੀ। ਇਹਨਾਂ 'ਚ ਦੇਖੋ ਜਿਹੜਾ ਸਾਡਾ ਲੋਕ ਕਾਵਿ ਹੈ ਨਾ, ਹੁਣ ਅੱਜ ਸਾਡੇ ਕੋਲ ਕਲਮ ਹੈ ਤੇ ਸਾਡੇ ਕੋਲ ਮੰਚ ਹੈ,
ਅਸੀਂ ਮੰਚ ਤੇ ਵੀ ਬੋਲ ਸਕਦੀਆਂ, ਸਾਡੇ ਕੋਲ ਕਲਮ ਵੀ ਹੈ। ਜਿਨ੍ਹਾਂ ਕੋਲ ਨਹੀਂ ਹੈਗੀ ਉਹ ਉੱਦਾਂ ਵੀ ਆਪਣੀ ਜੁਰਤ ਰੱਖਦੀਆਂ ਨੇ ਗੱਲ ਕਰਨ ਦੀ। ਜਿਹੜਾ ਉਹ ਸਮਾਂ ਸੀ ਨਾ ਮੱਧਕਾਲੀ ਕਹਿ ਲਓ ਤੁਸੀਂ, ਜਾਂ ਫਿਰ ਸਾਡੇ ਬਚਪਨ ਵਾਲਾ ਵੀ, ਔਰਤ ਨੂੰ ਮਰਦ ਦੇ ਦਬਾਅ ਅਧੀਨ ਹੀ ਰਹਿਣਾ ਪੈਂਦਾ ਸੀਗਾ। ਤੇ ਉਹ ਸੀ ਉਹਦੇ ਅੰਦਰ ਰੋਹ ਹੁੰਦਾ ਸੀ, ਬਗਾਵਤ ਹੁੰਦੀ ਸੀ ਉਹਦੇ ਅੰਦਰ। ਉਹ ਅਨਪੜ੍ਹ ਹੋ ਕੇ ਵੀ ਬਹੁਤ ਸੂਝਵਾਨ ਸੀ। ਮੈਂ ਕਹਿੰਦੀ ਹੁੰਦੀ ਹਾਂ, ਜਦੋਂ ਕਹਿੰਦੇ ਨੇ ਨਾ ਵੀ ਪੰਜਾਬੀ ਦੀ ਪਹਿਲੀ ਕਵਿਤਰੀ ਕਿਹੜੀ ਹੈ, ਮੈਂ ਕਹਿੰਦੀ ਹੁੰਦੀ ਹਾਂ ਲੋਕ ਕਾਵਿ ਸਿਰਜਣ ਵਾਲੀਆਂ। ਇਹ ਅਨੰਤ ਕਾਲ ਤੋਂ ਨੇ, ਇਹਨਾਂ ਦਾ ਕੋਈ ਮਿਥਿਆ ਹੋਇਆ ਕਾਲ ਨਹੀਂ ਹੈ ਵੀ ਇਹਨਾਂ ਨੇ ਕਦੋਂ ਲਿਖਿਆ। ਉਹ ਦੇਖੋ ਉਹਨਾਂ 'ਚ ਜਦੋਂ ਇਹ ਤੀਆਂ ਹੋ ਗਈਆਂ ਜਾਂ ਕੋਈ ਵਿਆਹ ਸ਼ਾਦੀ ਹੋ ਗਈ, ਇੱਕ ਹੋਰ ਹੁੰਦਾ ਸੀ ਉੱਥੇ ਮਰਦ ਮੁੰਡੇ ਨਹੀਂ ਸੀ ਆਉਂਦੇ, ਜਿਵੇਂ ਅੱਜ ਨਾਲ ਨੱਚਦੇ ਨੇ ਨਾ, ਇਹ ਨਹੀਂ ਸੀ। ਤੇ ਫਿਰ ਆ ਜਿਵੇਂ ਹੁਣ ਤੁਸੀਂ ਰੱਖ ਲੈਂਦੇ ਹੋ, ਤੁਸੀਂ ਵੀ ਵਿੱਚ ਆ ਗਏ ਚੈਨਲ ਵਾਲੇ, ਸੌਰੀ ਜੀ ਜੀ। ਤੇ ਸਾਰੇ ਚਰਖੇ, ਪੀੜੀਆਂ, ਚੱਕੀਆਂ, ਉਹ ਮੈਂ ਕਹਿੰਦੀ ਵੀ ਚੱਕੀਆਂ ਚਰਖਿਆਂ ਤੋਂ ਜਾਨ ਛਡਾਉਣ ਦੀਆਂ ਮਾਰੀਆਂ ਤਾਂ ਧੀਆਂ 'ਚ ਜਾਂਦੀਆਂ ਸੀ ਵਿਚਾਰੀਆਂ, ਵੀ 4 ਦਿਨ ਸੁੱਖ ਦੇ ਕੱਟ ਲਈਏ। ਤੁਸੀਂ ਉੱਥੇ ਚਰਖੇ ਚੱਕੀਆਂ ਰੱਖੀ ਬੈਠੇ। ਉਹ ਕਹਿੰਦੇ ਨੇ ਅਸੀਂ ਵਿਰਾਸਤ ਦਿਖਾ ਰਹੇ ਹਾਂ ਪਿੱਛੇ। ਹਾਂ, ਇਹ ਮੈਨੂੰ ਨਹੀਂ ਠੀਕ ਲੱਗਦਾ। ਗਿੱਧੇ ਦੇ ਪਿੜ 'ਚ ਨਾ ਰੱਖੋ, ਤੁਸੀਂ ਉੱਦਾਂ ਦਿਖਾ ਦਿਓ। ਗਿੱਧੇ 'ਚ ਥੋੜ੍ਹੇ ਚਰਖੇ ਚੱਕੀਆਂ, ਚਰਖੇ ਹੁਣ ਤਾਂ ਕੋਈ ਚਰਖੇ ਰੱਖ ਲੈਣੇ ਵਿੱਚ, ਉਹ ਚੀਜ਼ਾਂ ਉਹ ਤਾਂ ਹੈ ਵੀ ਤਰਿੰਜਣ ਚਰਖੇ ਹੋਣ, ਤਰਿੰਜਣਾਂ 'ਚ ਹੋਣ। ਹਾਂਜੀ, ਉੱਥੇ ਇਕੱਠੀਆਂ ਹੋ ਕੇ ਪਿੰਡ ਦੇ ਵਿੱਚ ਇੱਕ ਜਗ੍ਹਾ ਤੇ ਬੈਠ ਕੇ ਉੱਥੇ ਬੋਲੀਆਂ ਪੈਂਦੀਆਂ ਨਾਲੇ, ਉਹ ਤੁਸੀਂ ਤਰਿੰਜਣ ਦਿਖਾਓ। ਤੇ ਉੱਥੇ ਫਿਰ ਉਹ ਜਿਹੜੇ ਉਹਨਾਂ ਦੇ ਅੰਦਰ ਰੋਹ ਵਿਦਰੋਹ ਹੁੰਦਾ ਸੀਗਾ, ਇਹ ਮੀਰਾ ਨਹੀਂ ਸੁਕਰਾਤ ਨਹੀਂ 'ਚ ਮੈਂ ਉਹੀ ਗੱਲ ਕੀਤੀ ਹੈ। ਇਹਦੀ ਜਿਹੜੀ ਪਹਿਲੀ ਨਜ਼ਮ ਹੈ, ਪੀ ਸਕਾਂ ਜ਼ਹਿਰ ਜੋ ਦੁਨੀਆ ਦੇ ਅੱਖੇ, ਮੈਂ ਤੁਹਾਨੂੰ ਸੁਣਾਉਣੀ ਆ ਬਾਅਦ 'ਚ। ਇਹ ਹੈਗਾ ਰੋਹ ਵਿਦਰੋਹ। ਜਿਹੜੀ ਆਖਰੀ ਹੈ ਉਹ ਹੈਗਾ ਬੇਬਸੀ 'ਚ ਭਰਿਆ ਹੋਇਆ ਇੱਕ ਹੌਕਾ ਜੀ। ਅੱਛਾ, ਉਹ ਔਰਤ ਆਪਣੇ ਅੱਛਾ ਇੱਕ ਇਹ ਵੀ ਹੁੰਦਾ ਸੀ, ਆਪਣੇ ਛੋਟੀ ਉਮਰ ਦੀਆਂ ਕੁੜੀਆਂ ਨੂੰ ਚੰਗੀ ਜ਼ਮੀਨ ਜਾਇਦਾਦ ਵਾਲਾ ਹੁੰਦਾ ਕੋਈ, ਭਾਵੇਂ ਉਹ ਤੋਂ ਦੁੱਗਣੀ ਤਿੱਗਣੀ ਉਮਰ ਦਾ ਹੁੰਦਾ, ਉਹਦੇ ਨਾਲ ਵਿਆਹ ਦਿੰਦੇ ਸੀ ਸਿਰਫ ਜਾਇਦਾਦ ਕਰਕੇ। ਫਿਰ ਉਹ ਪਿਓ ਨੂੰ ਕਹਿੰਦੀ ਸੀ, ਅੱਗ ਲਾ ਕੇ ਫੂਕਦਿਆਂ ਗਹਿਣੇ ਬਾਪੂ ਮੁੰਡਾ ਤੇਰੇ ਹਾਣ ਦਾ। ਉਹ ਪਿਓ ਨੂੰ ਸਾਹਮਣੇ ਨਹੀਂ ਸੀ ਕਹਿ ਸਕਦੀ, ਨਾ ਉਹ ਭਰਾ ਨੂੰ ਕਹਿ ਸਕਦੀ ਸੀ। ਉਹ ਫਿਰ ਗਿੱਧੇ 'ਚ ਜਾ ਕੇ ਬੋਲੀਆਂ ਪਾਉਂਦੀ ਸੀਗੀ। ਇਹ ਉਹਦੇ ਅੰਦਰੋਂ ਉੱਠਦੇ ਉਵਾਲ ਸੀ ਜਿਹੜੇ ਅਸੀਂ ਕਲਮ ਨਾਲ ਕੱਢਦੇ ਹਾਂ ਅੱਜ। ਫਿਰ ਇੱਕ ਜਗ੍ਹਾ ਹੁਣ ਤਾਂ ਅੱਗੇ ਤਾਂ ਕਹਿੰਦੇ ਸੀ, ਸਾਤੋਂ ਹਾਏ ਨਿੰਦਿਆ ਨਾ ਜਾਵੇ ਤੇਰੀ ਵੇ ਸਹੇੜ ਬਾਬਲਾ। ਤੇ ਇੱਕ ਉਹ ਫਿਰ ਕਹਿੰਦੇ ਸੀ, ਕਾਲਾ ਭੂੰਡ ਨਾ ਸਹੇੜੀ ਮੇਰੇ ਬਾਬਲਾ, ਘਰ ਦਾ ਮਾਲ ਡਰੂ। ਬਾਪੂ ਅੱਗੋਂ ਕਹਿੰਦਾ ਸੀ, ਪੁੱਤ ਵੱਡਿਆਂ ਘਰਾਂ ਦੇ ਕਾਲੇ, ਉਹੀ ਆ ਗਿਆ ਨਾ ਜਾਇਦਾਦ ਵਾਲਾ ਝਗੜਾ। ਪੁੱਤ ਵੱਡਿਆਂ ਘਰਾਂ ਦੇ ਕਾਲੇ, ਦੇਖੀ ਤੀ ਇਹ ਨਿੰਦ ਨਾ ਵਹੀ। ਉਹ ਧੀਆਂ ਵਿਚਾਰੀਆਂ ਚੁੱਪ ਕਰਕੇ ਚਾਦਰੇ 'ਚ ਲਪੇਟੀਆਂ ਹੋਈਆਂ, ਜਿਵੇਂ ਮੁਰਦੇ ਨੂੰ ਲਪੇਟਿਆ ਹੁੰਦਾ, ਆਨੰਦ ਕਾਰਜ 'ਤੇ ਬਿਠਾਉਣੀਆਂ, ਤੋੜ ਦੇਣੀਆਂ। ਉਹ ਇਸ ਤਰ੍ਹਾਂ ਹੀ ਉਹਨਾਂ ਦਾ ਦਮ ਘੁੱਟਦਾ ਸੀ ਜ਼ਿੰਦਗੀ 'ਚ। ਫਿਰ ਉਹ ਲੋਕ ਕਾਵਿ ਰਾਹੀਂ ਉਹ ਦਰਦ ਬਾਹਰ ਆਇਆ ਜੀ। ਤੇ ਲੋਕ ਕਾਵਿ ਨੇ ਉਹਨਾਂ ਦਾ ਸਾਰਾ ਰੋਹ ਵਿਦਰੋਹ ਸਾਹਮਣੇ ਰੱਖਤਾ। ਤੇ ਉਹ ਫਿਰ ਪੀੜ੍ਹੀ ਦਰ ਪੀੜ੍ਹੀ ਜਾਂ ਸੀਨਾ ਬਸੀਨਾ ਤੁਰਦਾ ਅੱਗੇ ਤੁਰਿਆ ਆਇਆ। ਤੇ ਵੀ ਜੀ ਇਹ ਸਾਰੇ ਲੰਮੇ ਸਫ਼ਰ ਦੇ ਵਿੱਚੋਂ ਅਖੀਰ ਦੇ ਵਿੱਚ ਹੁੰਦਾ ਨਾ ਵੀ ਆਪਣੀ ਜ਼ਿੰਦਗੀ ਬਾਰੇ ਲਿਖੀਏ। ਹਾਂਜੀ, ਤਾਂ ਉਹਦੇ ਲਈ ਹੁੰਦਾ ਵੀ ਚਲ ਸਵੈ ਜੀਵਨੀ ਆਪਣੀ ਜ਼ਿੰਦਗੀ, ਪਰ ਹੁੰਦਾ ਨਾ ਵੀ ਬੰਦੇ ਦਾ ਕਿਹੜਾ ਜੀ ਇੱਕ ਪਤਾ ਹੈ, ਇੱਕਦਮ ਹੀ ਬੰਦਾ ਹਾਂਜੀ ਪਤਾ ਨਹੀਂ। ਹੁਣ ਇਹ ਤਾਂ ਤੁਸੀਂ ਸਵੈ ਜੀਵਨੀ ਲਿਖਦੇ ਹਜੇ ਪਤਾ ਨਹੀਂ ਅਗਲਾ ਉਮਰ ਕਿੰਨੀ ਕੁ ਪਈ ਹੈ, ਕੋਈ ਪਤਾ ਨਹੀਂ ਜੀ। ਹਾਂ, ਪਰ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਜ਼ਿੰਦਗੀ ਦੇ ਪਹਿਲੂਆਂ ਨੂੰ ਮਾੜਾ ਮੋਟਾ ਬਰੀਕੀ ਨਾਲ ਆਪਾਂ ਸਮਝ ਸਕੀਏ। ਤੇ ਇਹ ਕਿਤਾਬ ਹੁਣ ਤੁਸੀਂ ਹਾਲ ਹੀ ਦੇ ਵਿੱਚ ਜਿਹੜੀ ਆਈ ਹੈ ਤੇ ਤੁਸੀਂ ਜ਼ਿੰਦਗੀ ਦੇ ਸਫ਼ਰ ਦੇ ਬਾਰੇ ਸਾਂਝ ਪਾਈ ਹੈ ਆਪਣੇ ਰਾਹਾਂ ਦੇ ਰੁਦਨ। ਇਹਦੇ ਵਿੱਚ ਫਿਰ ਬੜਾ ਔਖਾ ਹੁੰਦਾ ਵੀ ਜ਼ਿੰਦਗੀ ਦੇ ਦੇਖੋ ਪਹਿਲੂ ਕਈ ਹੁੰਦੇ ਨੇ, ਹੈ ਨਾ। ਕਿੰਨਾ ਲੰਮਾ ਸਫ਼ਰ ਆ, ਕਿਤਾਬਾਂ 'ਚ ਵੀ ਉਹਦਾ ਜ਼ਿਕਰ ਕੀਤਾ। ਇਹ ਤੋਂ ਬਿਨਾਂ ਆਪਣੀ ਨਿੱਜੀ ਜ਼ਿੰਦਗੀ ਵੀ ਹੁੰਦੀ ਹੈ, ਜਿਹਨੂੰ ਆਪਾਂ ਸਿਰਫ ਕਿਸੇ ਨਾਲ ਵੰਡਾ ਨਹੀਂ ਸਕਦੇ। ਕੁਝ ਗੱਲਾਂ ਹੁੰਦੀਆਂ ਨੇ ਤੁਸੀਂ ਆਪਣੇ ਪਤੀ ਨਾਲ ਕਰ ਸਕਦੇ ਹੋ, ਕੁਝ ਪਤੀ ਨਾਲ ਨਹੀਂ ਕਰ ਸਕਦੇ, ਭੈਣ ਨਾਲ ਕਰ ਸਕਦੇ ਹੋ, ਕੁਝ ਧੀ ਨਾਲ ਕੀਤੀਆਂ ਜਾ ਸਕਦੀਆਂ ਨੇ। ਪਰ ਜਦੋਂ ਤੁਸੀਂ ਸਵੈ ਜੀਵਨੀ ਲਿਖਦੇ ਹੋ ਫਿਰ ਹੁੰਦਾ ਸਾਨੂੰ ਕਈ ਵਾਰ ਇਹੋ ਜਿਹੇ ਪਹਿਲੂ ਨੂੰ ਛੂਹਣਾ ਪੈਂਦਾ। ਇਹ ਸਵੈ ਜੀਵਨੀ ਲਿਖਣ ਦਾ ਮਨ ਕਦੋਂ ਬਣਿਆ? ਕੀ ਕੁਝ 'ਚ ਤੁਸੀਂ ਦਰਜ ਕੀਤਾ? ਕਿੰਨਾ ਕੁ ਸਮਾਂ ਲੱਗ ਗਿਆ? ਜ਼ਿੰਦਗੀ 'ਚ ਨਾ ਮੈਂ ਬੇਟੇ ਦੇ ਤੁਰ ਜਾਣ ਤੋਂ ਬਾਅਦ ਬਹੁਤ ਕੁਝ ਦੇਖਿਆ ਜੀ। ਜੋ ਸਾਨੂੰ ਗੁਰਬਾਣੀ ਸਮਝਾਉਂਦੀ ਆ ਪਰ ਅਸੀਂ ਅਸਰ ਨਹੀਂ ਕਰਦੇ, ਉਹ ਮੈਂ ਪ੍ਰਤੱਖ ਹੰਢਾਇਆ। ਦੁੱਖ ਮੇ ਬਹੁਤ ਸੰਗੀ ਪਏ, ਸੁੱਖ ਮੇ ਸੰਗ ਨਾ ਕੋਈ। ਇੱਕ ਇੱਕ ਕਰਕੇ ਸਾਨੂੰ ਸਾਡੇ ਸਾਰਿਆਂ ਆਪਣੇ ਅਫਗਾਨਿਆਂ ਨੇ ਛੱਡਿਆ। ਕੁਛ ਲੋਕ ਰਹਿ ਗਏ ਜਿਵੇਂ ਛਾਨਣੇ 'ਚੋਂ ਛਾਣਦੇ ਆ ਨਾ, ਕੋਈ ਰਹਿ ਜਾਂਦਾ ਚੀਜ਼, ਉਸ ਤਰ੍ਹਾਂ ਉਹਨੇ ਮੈਨੂੰ ਬਹੁਤ ਦਰਦ ਦਿੱਤਾ। ਕਿਉਂਕਿ ਐਕਸੀਡੈਂਟ 'ਚ ਮੈਂ, ਮੇਰੀ ਨੂੰਹ ਅਤੇ ਮੇਰੀ ਵੱਡੀ ਬੇਟੀ ਇੰਗਲੈਂਡ ਵਾਲੀ, ਉਹ ਵੀ ਅਜੇ ਇੱਥੇ ਸੀਗੀ, ਛੋਟੀ ਚੱਲੀ ਗਈ ਸੀ। ਅਸੀਂ ਸਾਰੇ ਬੁਰੀ ਤਰ੍ਹਾਂ ਜ਼ਖਮੀ ਹੋਏ ਸੀ। ਮੇਰੇ ਮੱਥੇ 'ਤੇ ਕੱਟ ਹੈ, ਬਾਂਹ ਟੁੱਟੀ, ਇੱਦਾਂ ਹੀ ਨੂੰਹ ਦੀ ਵੀ। ਉਸ ਸਮੇਂ ਜੋ ਕੁਛ ਅਸੀਂ ਹੰਢਾਇਆ ਉਹ ਸਾਨੂੰ ਪਤਾ ਹੈ। ਆਪਣੇ ਕਿਵੇਂ ਪਰਾਏ ਹੁੰਦੇ ਨੇ, ਅਰਸ਼ੋਂ ਫਰਸ਼ 'ਤੇ ਕਿਵੇਂ ਆਈਦਾ, ਉਹ ਵੀ ਦੇਖਿਆ। ਬੇਟੇ ਦਾ ਬਿਜ਼ਨਸ ਤਬਾਹ ਹੋ ਗਿਆ, ਮਹਿੰਗੇ ਇਲਾਜਾਂ 'ਤੇ ਖਰਚੇ ਹੋਏ ਅਤੇ ਬੜਾ ਕੁਛ ਹੋਇਆ ਜੀ। ਉਸ ਸਮੇਂ 'ਚ ਜਿਹੜਾ ਮੈਂ ਹੰਢਾਇਆ, ਮੈਂ ਇੱਕੋ ਹੀ ਕਹਿੰਦੀ ਹੁੰਦੀ ਹਾਂ। ਮੈਨੂੰ ਕਹਿੰਦੇ ਨੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਕਹਿੰਦੀ ਵੀ ਜਦੋਂ ਆਪਾਂ ਡਿੱਗਦੇ ਹਾਂ
ਜਾਂ ਜਦੋਂ ਸਾਡੇ ਤੇ ਨਾ ਬਿਨਾਂ ਬੱਦਲਾਂ ਤੋਂ ਕੜਕਦੀ ਮੁਸੀਬਤ ਦੀ ਬਿਜਲੀ ਡਿੱਗਦੀ ਹੈ, ਉਦੋਂ ਸਾਡਾ ਹਸ਼ਰ ਬਹੁਤ ਮਾੜਾ ਹੁੰਦਾ। ਇੱਕ ਤਾਂ ਹੁੰਦਾ ਸੋਚਿਆ ਹੁੰਦਾ ਵੀ ਕੋਈ ਬਿਮਾਰ ਹੈ, ਇਹਨੇ ਚਲਿਆ ਜਾਣਾ। ਜਦੋਂ ਅਚਾਨਕ ਸਾਨੂੰ ਹੋਣੀ ਘੇਰਦੀ ਹੈ ਨਾ, ਉਹ ਬਹੁਤ ਔਖਾ ਝੱਲਣਾ। ਫਿਰ ਮੈਂ ਕਹਿੰਦੀ ਸੀ ਵੀ ਜਦੋਂ ਅਸੀਂ ਡਿੱਗੇ ਪਏ ਹੁੰਦੇ ਹਾਂ, ਲੋਕ ਜੁੱਤੀਆਂ ਸਮੇਤ ਸਾਡੇ ਉੱਤੋਂ ਲੰਘਦੇ ਨੇ। ਜਦੋਂ ਅਸੀਂ ਥੋੜ੍ਹਾ ਜਿਹਾ ਹਿੱਲਦੇ ਹਾਂ, ਫਿਰ ਉਹ ਜਰਾ ਪਾਸੇ ਹੋ ਕੇ ਲੰਘਣ ਲੱਗ ਜਾਂਦੇ ਨੇ। ਜਦੋਂ ਅਸੀਂ ਖੜੇ ਹੁੰਦੇ ਹਾਂ, ਫਿਰ ਉਹ ਸਾਤੋਂ ਜਰਕਦੇ ਨੇ। ਸੋ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਵੀ ਦੁੱਖ ਸਭ ਨੂੰ ਮਿਲਦੇ ਨੇ ਜ਼ਿੰਦਗੀ 'ਚ। ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਦਾ ਦੁੱਖਾਂ ਨਾਲ ਵਾਸਤਾ ਨਹੀਂ ਪਿਆ। ਘਬਰਾਓ ਨਾ। ਮੈਂ ਘਬਰਾ ਕੇ ਦੇਖ ਲਿਆ, ਮੈਂ ਟੁੱਟ ਕੇ ਦੇਖ ਲਿਆ। ਮੈਂ ਕਹਿੰਦੀ ਸੀ ਮੈਂ ਜਿਉਣਾ ਹੀ ਨਹੀਂ। ਉਸ 1.5-2 ਸਾਲ ਦੇ ਅਰਸੇ 'ਚ ਮੇਰਾ ਘਰ ਤਬਾਹ ਹੋ ਗਿਆ। ਮੈਂ ਸਾਡੀ ਆਰਥਿਕਤਾ ਪੱਖੋਂ ਵੀ ਅਤੇ ਰਿਸ਼ਤਿਆਂ ਪੱਖੋਂ ਵੀ। ਸੋ ਇੱਥੇ ਇਹਦੇ 'ਚ ਮੈਂ ਉਹ ਜ਼ਿਕਰ ਕੀਤੇ ਨੇ। ਬਹੁਤ ਕੁਛ ਮੈਨੂੰ ਛੁਪਾਉਣਾ ਵੀ ਪਿਆ, ਕਿਉਂਕਿ ਮੈਂ ਇਹਦੇ 'ਚ ਲਿਖਿਆ ਵੀ ਉਹਦੇ ਨਾਲ ਫਿਰ ਇੱਕ ਸੁਨਾਮੀ ਲਹਿਰ ਆਉਣੀ ਸੀ ਹੋਰ ਰਿਸ਼ਤਿਆਂ 'ਚ, ਜਿਹਦੇ ਨਾਲ ਸਾਰੇ ਰਿਸ਼ਤਿਆਂ ਨੇ ਬੁਰੀ ਤਰ੍ਹਾਂ ਹੋਰ ਟੁੱਟ ਭੱਜ ਜਾਣਾ ਸੀ, ਉਹਦਾ ਮਲਬਾ ਬਿਖਰ ਜਾਣਾ ਸੀ। ਉਹ ਮੈਂ ਕੁਛ ਇਹਦੇ 'ਚੋਂ ਰੱਖਿਆ ਵੀ ਆ ਜਿਹੜਾ ਨਹੀਂ ਬਿਆਨ ਕੀਤਾ। ਇਹਦੇ ਵਿੱਚ ਵੀ ਜੀ ਤੁਹਾਡੇ ਜਿਹੜਾ ਹੁਣ ਕਿਤਾਬਾਂ ਦਾ ਸਫ਼ਰ ਆ, ਉਹਦੇ ਬਾਰੇ ਵੀ ਤੁਸੀਂ ਜ਼ਿਕਰ ਕੀਤਾ ਹੋ ਵੀ 2008 ਤੋਂ ਲੈ ਕੇ 2021 ਤੱਕ ਆਉਂਦੇ ਹਾਂਜੀ ਕਿੰਨੀਆਂ ਤੁਸੀਂ ਕਿਤਾਬਾਂ ਲਿਖ ਚੁੱਕੇ ਹੋ। ਤੇ ਇਹ ਸਾਰੇ ਲਿਖਣੀ ਦਾ ਜਿਹੜਾ ਸਫ਼ਰ ਸੀ ਉਹ ਕਿਵੇਂ ਦਾ ਸੀਗਾ? ਉਹਦੇ ਵਿੱਚ ਕੀ ਤਜਰਬੇ ਹੋਏ? ਇਹ ਨਾ ਕੋਈ ਮਿੱਥ ਕੇ ਨਹੀਂ ਲਿਖਿਆ ਜਾਂਦਾ। ਕਵਿਤਾ ਤਾਂ ਦੇਖੋ ਜਦੋਂ ਵੀ ਕਦੇ ਸੁੱਤੇ ਪਏ ਦੇ ਦਿਮਾਗ 'ਚ ਸੁਪਨੇ ਵਾਂਗੀ ਕੋਈ ਗੱਲ ਆ ਗਈ, ਉੱਠਦੇ ਆ ਗਈ, ਉਹਨੂੰ ਕਲਮਬੱਧ ਕਰ ਲਿਆ। ਅਤੇ ਫਿਰ ਕਵਿਤਾ ਨੂੰ ਇਹ ਵੀ ਕਿਹਾ ਜਾਂਦਾ ਵੀ ਇਹ ਘੁੰਡ ਕੱਢ ਕੇ ਰੱਖਦੀ ਹੈ। ਇਹਨੂੰ ਦੇਖਣਾ ਪੈਂਦਾ ਘੁੰਡ ਚੱਕ ਕੇ ਵੀ ਇਹ ਕੀ ਕਹਿੰਦੀ ਹੈ ਕਿਸੇ ਦੀ ਲਿਖੀ ਹੋਈ ਨਾ। ਅਤੇ ਜਿਹੜਾ ਹੈਗਾ ਲੇਖ, ਨਿਬੰਧ, ਕਹਾਣੀ, ਇਹਨਾਂ ਨੂੰ ਸਮਝਣਾ ਸੌਖਾ। ਸੋ ਪਹਿਲਾਂ ਜ਼ਿਆਦਾ ਕਵਿਤਾ ਹੀ ਲਿਖਦੀ ਰਹੀ ਮੈਂ, ਫਿਰ ਇੱਧਰਲੇ ਪਾਸੇ ਆ ਗਈ ਵਾਰਤਕ 'ਚ। ਅਸਲ 'ਚ ਮੈਂ ਜਿਹੜੀ ਗੱਲ ਮਹਿਸੂਸ ਕਰੀ ਹੈ ਵੀ ਕਲਮ ਸਾਡੀ ਬਹੁਤ ਵੱਡੀ ਹਮਦਰਦ ਹੈ। ਜੋ ਅਸੀਂ ਨਹੀਂ ਕਹਿ ਸਕਦੇ ਉਹ ਫਿਰ ਕਲਮ ਕਹਿੰਦੀ ਹੈ। ਪਹਿਲਾਂ ਆਪਾਂ ਕਾਫੀ ਆਪਣੀਆਂ ਹੋ ਗਈਆਂ, ਮੈਂ ਚਾਹੂੰਗਾ ਤੁਸੀਂ ਆਪਣੀਆਂ ਰਚਨਾਵਾਂ ਦੇ ਵਿੱਚੋਂ ਕੁਝ ਸਾਨੂੰ ਜ਼ਰੂਰ ਸੁਣਾਓ। ਫਿਰ ਆਪਾਂ ਤੁਹਾਡਾ ਬਹੁਤ ਹੋ ਗਿਆ। ਹਾਂਜੀ, ਇਹ ਤਾਂ ਹੈਡਿੰਗ ਵੀ ਇਹੋ ਹੀ ਹੈ ਜੀ। ਮੈਂ ਮੀਰਾ ਨਹੀਂ, ਸੁਕਰਾਤ ਨਹੀਂ ਹਾਂ। ਪੀ ਸਕਾਂ ਜ਼ਹਿਰ ਜੋ ਦੁਨੀਆ ਦੇ ਆਖੇ, ਮੈਂ ਮੀਰਾ ਨਹੀਂ, ਸੁਕਰਾਤ ਨਹੀਂ ਹਾਂ। ਇੱਕ ਆਮ ਜਿਹੀ ਔਰਤ ਹਾਂ ਮੈਂ, ਇਨਸਾਨ ਹਾਂ ਮੈਂ, ਦੇਵੀ ਜਾਤ ਨਹੀਂ ਹਾਂ। ਅਣਖ ਤਾਂ ਹੈ ਮੇਰੇ ਵੀ ਪੱਲੇ, ਅਣਖ ਤਾਂ ਹੈ ਮੇਰੇ ਵੀ ਪੱਲੇ, ਜੋ ਮਿਟ ਜਾਵੇ ਐਵੇਂ ਉਹ ਔਕਾਤ ਨਹੀਂ ਹਾਂ। ਉਲਝੀ ਕਹਾਣੀ ਜ਼ਰੂਰ ਹੈ ਮੇਰੀ, ਉਲਝੀ ਕਹਾਣੀ ਜ਼ਰੂਰ ਹੈ ਮੇਰੀ, ਬੁੱਝੀ ਨਾ ਜਾਵੇ ਮੈਂ ਉਹ ਬਾਤ ਨਹੀਂ ਹਾਂ। ਤਾਨੇ ਨਾ ਦੇਵੋ, ਤਾਨੇ ਨਾ ਦੇਵੋ ਹਨੇਰੇ ਦੇ ਮੈਨੂੰ, ਆਉਣ ਵਾਲੀ ਸਵੇਰ ਹਾਂ, ਰਾਤ ਨਹੀਂ ਹਾਂ। ਨਜ਼ਰਾਂ ਮਿਲਾ ਕੇ ਜਰਾ ਗੱਲ ਕਰੋ, ਨਜ਼ਰਾਂ ਮਿਲਾ ਕੇ ਜਰਾ ਗੱਲ ਕਰੋ, ਜੋ ਚੋਰੀ ਚੋਰੀ ਪਵੇ ਮੈਂ ਉਹ ਝਾਤ ਨਹੀਂ ਹਾਂ। ਕਿਵੇਂ ਤੁਸੀਂ ਠੁਕਰਾ ਦੇਵੋਗੇ ਮੈਨੂੰ, ਕਿਵੇਂ ਕੁਛ ਤੁਸੀਂ ਠੁਕਰਾ ਦੇਵੋਗੇ ਮੈਨੂੰ, ਅਮਾਨਤ ਹਾਂ ਮੈਂ, ਸੌਗਾਤ ਨਹੀਂ ਹਾਂ। ਉਲਟਾ ਦਿਆਂਗੀ ਮੈਂ ਹਉਮੈ ਦੇ ਕਾਸੇ, ਉਲਟਾ ਦਿਆਂਗੀ ਮੈਂ ਹਉਮੈ ਦੇ ਕਾਸੇ, ਘਰ ਦੀ ਲక్ష్ਮੀ ਹਾਂ ਮੈਂ, ਖੈਰਾਤ ਨਹੀਂ ਹਾਂ। ਸ਼ਬਨਮ ਹਾਂ ਮੈਂ ਮੁਹੱਬਤ ਤੇ ਮਮਤਾ ਦੀ, ਸ਼ਬਨਮ ਹਾਂ ਮੈਂ ਮੁਹੱਬਤ ਤੇ ਮਮਤਾ ਦੀ, ਕੋਈ ਮੌਸਮੀ ਬਰਸਾਤ ਨਹੀਂ ਹਾਂ। ਜਲ ਕੇ ਕੁੱਕਨੂਸ ਵਾਂਗੂ ਜੀ ਉੱਠਾਂ ਰਾਖ ਚੋਂ, ਜਲ ਕੇ ਕੁੱਕਨੂਸ ਵਾਂਗੂ ਜੀ ਉੱਠਾਂ ਰਾਖ ਚੋਂ, ਕੇਵਲ ਪੰਛੀਆਂ ਦੀ ਨਾਤ ਨਹੀਂ ਹਾਂ। ਕੁੱਕਨੂਸ ਇੱਕ ਅਜਿਹਾ ਪੰਛੀ ਹੈ ਜਿਹੜਾ ਜਲ ਜਾਂਦਾ, ਆਪਣੀ ਉਹ ਰਾਖ ਚੋਂ ਫਿਰ ਪੈਦਾ ਹੋ ਜਾਂਦਾ। ਅਤੇ ਮੈਂ ਤਾਂ ਉਹ ਹਾਂ, ਮੈਂ ਜਲ ਕੇ ਫਿਰ ਜਿਉਂਦੀ ਬੈਠੀ ਹਾਂ। ਕੇਵਲ ਪੰਛੀਆਂ ਦੀ ਨਾਤ ਨਹੀਂ ਹਾਂ, ਜੋ ਯਖ ਹੋ ਜਾਵੇ ਗਮ ਦੇ ਕੋਹਰੇ ਨਾਲ, ਮੈਂ ਉਹ ਠਰੀ ਹੋਈ ਪ੍ਰਭਾਤ ਨਹੀਂ ਹਾਂ। ਮੇਰੇ ਬੋਲਣ 'ਤੇ ਇੰਨਾ ਹੰਗਾਮਾ ਕਿਉਂ ਹੈ, ਮੇਰੇ ਬੋਲਣ 'ਤੇ ਇੰਨਾ ਹੰਗਾਮਾ ਕਿਉਂ ਹੈ, ਜਿਉਂਦੀ ਜਾਨ ਹਾਂ ਮੈਂ, ਮੋਇਆ ਜਜ਼ਬਾਤ ਨਹੀਂ ਹਾਂ। ਜਿਉਂਦੀ ਜਾਨ ਹਾਂ ਮੈਂ, ਮੋਇਆ ਜਜ਼ਬਾਤ ਨਹੀਂ ਹਾਂ। ਸੋ ਇਹ ਜਿਹੜੀ ਕਵਿਤਾ ਹੈ ਇਹ ਮੇਰੀ ਪੂਰੀ ਰੋਹ ਭਰੀ ਹੈ। ਉਹੀ ਜਿਵੇਂ ਉਹ ਕਹਿੰਦੀ ਹੈ ਨਾ ਅੱਗ ਲਾ ਕੇ ਫੂਕਦਿਆਂ ਗਹਿਣੇ, ਉਹ ਇੱਥੇ ਰੋਹ ਹੈ, ਵਿਦਰੋਹ ਹੈ। ਅਤੇ ਹੁਣ ਤਾਂ ਚਲੋ ਖੈਰ ਅੱਜ ਦੀਆਂ ਕੁੜੀਆਂ ਤਾਂ ਕਹਿੰਦੀਆਂ ਨੇ ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆ, ਤੇਰੇ ਜਿਹੇ ਨੂੰ ਵੀ ਮੈਂ ਟਿੱਚ ਨਾ ਜਾਣਦੀ, ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆ, ਤੈਨੂੰ ਮੋਗੇ ਦੀ ਮੰਡੀ 'ਤੇ ਆਵਾਂ ਵੇਚ ਮੁੰਡਿਆ। ਅਤੇ ਹੁਣ ਤਾਂ ਉਹ ਵਿਦਰੋਹ ਹੋ ਗਿਆ, ਅਤੇ ਉਹ ਪਿਛਲੇ ਸਮੇਂ 'ਚ ਨਹੀਂ ਸੀ। ਅਤੇ ਇਸ ਤੋਂ ਜਿਹੜੀ ਮੇਰੀ ਆਖਰੀ ਕਵਿਤਾ ਹੈ, ਔਰਤ ਨੂੰ ਦੇਖੋ ਸਹੂਲਤਾਂ ਵੀ ਨੇ, ਉਹਨੂੰ ਅਖੌਤੀ ਆਜ਼ਾਦੀ ਵੀ ਮਿਲੀ ਹੋਈ ਹੈ, ਲੇਕਿਨ
ਇਹ ਮੈਂ ਨਹੀਂ ਕਹੂੰਗੀ ਵੀ ਸਾਨੂੰ ਆਜ਼ਾਦੀ ਮਿਲੀ ਹੈ, ਅਜੇ ਵੀ ਅਸੀਂ ਵੀ ਜੀ ਆਜ਼ਾਦੀ ਦੇ ਮਾਇਨੇ ਅੱਡ-ਅੱਡ ਨੇ। ਅੱਡ-ਅੱਡ ਨੇ। ਹਾਂ ਕਈ ਅੱਜ ਕੱਲ ਦੇ ਜਮੇ ਚ ਜਿਹਨਾਂ ਇਹ ਬਾਹਰ ਘੁੰਮਣ ਫਿਰਨ ਕੱਪੜਾ ਪਾਉਣ ਨੂੰ ਆਜ਼ਾਦੀ ਮੰਨ ਲਿਆ ਜਾਂਦਾ, ਪਰ ਆਜ਼ਾਦੀ ਤੁਹਾਨੂੰ ਤੁਹਾਡੇ ਹੱਕ ਮਿਲਣ। ਤੇ ਉਹ ਆਜ਼ਾਦੀ ਦੇ ਤੌਰ ਤੇ ਦੇਖ ਲਓ ਫਿਰ ਆਪਣੀ ਬਰਬਾਦੀ ਹੋਈ ਹੈ, ਕੀ ਹੋਇਆ ਇਹ ਹੈ ਜੀ। ਤੇ ਇਹ ਫਿਰ ਮੇਰੀ ਜਿਹੜੀ ਆਖਰੀ ਇਸ ਪੁਸਤਕ ਦੀ ਹੈਗੀ ਹੈ ਉਹ ਹੈਗੀ ਸਜ਼ਾ। ਮੇਰੇ ਧਰਮੀ ਬਾਬਲ ਕਦੇ ਕਦੇ ਮੈਨੂੰ ਲੱਗਦਾ ਹੈ ਮੈਂ ਤੇਰੀ ਨਹੀਂ ਸੁਕਰਾਤ ਦੀ ਧੀ ਹਾਂ, ਮੈਂ ਤੇਰੀ ਨਹੀਂ ਸੁਕਰਾਤ ਦੀ ਧੀ ਹਾਂ, ਉਸ ਕੋਲੋਂ ਮੈਂ ਬੜਾ ਕੁਝ ਸਿੱਖੀ ਹਾਂ। ਸੱਚ ਕਹਿ ਦੇਣ ਬਦਲੇ ਮੈਨੂੰ ਵੀ ਸਜ਼ਾ ਮਿਲਦੀ ਹੈ, ਸੱਚ ਕਹਿ ਦੇਣ ਬਦਲੇ ਮੈਨੂੰ ਵੀ ਸਜ਼ਾ ਮਿਲਦੀ ਹੈ। ਤੇ ਸੱਚ ਇਹ ਹੈ ਕਿ ਇਹ ਸਜ਼ਾ ਮੈਂ ਅੰਦਰ ਹੀ ਅੰਦਰ ਭੁਗਤਦੀ ਹਾਂ, ਇਹ ਸਜ਼ਾ ਮੈਂ ਅੰਦਰ ਹੀ ਅੰਦਰ ਭੁਗਤਦੀ ਹਾਂ। ਮੈਨੂੰ ਮਰਜ਼ੀ ਨਾਲ ਜੀਣ ਦੀ ਖੁੱਲ੍ਹ ਨਹੀਂ, ਮੈਨੂੰ ਮਰਜ਼ੀ ਨਾਲ ਜੀਣ ਦੀ ਖੁੱਲ੍ਹ ਨਹੀਂ। ਜ਼ਹਿਰ ਦਾ ਪਿਆਲਾ ਇੱਕੋ ਸਾਹ ਪੀਣ ਦੀ ਖੁੱਲ੍ਹ ਨਹੀਂ, ਜ਼ਹਿਰ ਦਾ ਪਿਆਲਾ ਇੱਕੋ ਸਾਹ ਪੀਣ ਦੀ ਖੁੱਲ੍ਹ ਨਹੀਂ। ਮੈਂ ਦਿਨ ਰਾਤ ਬੂੰਦ ਬੂੰਦ ਜ਼ਹਿਰ ਨਿਗਲਦੀ ਹਾਂ, ਮੈਂ ਦਿਨ ਰਾਤ ਬੂੰਦ ਬੂੰਦ ਜ਼ਹਿਰ ਨਿਗਲਦੀ ਹਾਂ। ਕਦੇ ਪੱਥਰ ਬਣ ਜਾਂਦੀ ਹਾਂ, ਕਦੇ ਮੋਮ ਜਿਉਂ ਪਿਘਲਦੀ ਹਾਂ, ਕਦੇ ਪੱਥਰ ਬਣ ਜਾਂਦੀ ਹਾਂ, ਕਦੇ ਮੋਮ ਜਿਉਂ ਪਿਘਲਦੀ ਹਾਂ। ਫਿਰ ਮੈਨੂੰ ਲੱਗਦਾ ਹੈ ਮੈਂ ਸੁਕਰਾਤ ਦੀ ਧੀ ਨਹੀਂ, ਫਿਰ ਮੈਨੂੰ ਲੱਗਦਾ ਹੈ ਮੈਂ ਸੁਕਰਾਤ ਦੀ ਧੀ ਨਹੀਂ, ਮੈਂ ਉਸ ਦੀ ਜਨਨੀ ਹਾਂ। ਮੇਰੀ ਹਾਲਤ ਦੇਖ ਕੇ ਹੀ ਤਾਂ ਉਹ ਡੀਕ ਲਾ ਕੇ ਪੀ ਗਿਆ ਜ਼ਹਿਰ ਦਾ ਪਿਆਲਾ, ਮੇਰੀ ਹਾਲਤ ਦੇਖ ਕੇ ਹੀ ਤਾਂ ਉਹ ਡੀਕ ਲਾ ਕੇ ਪੀ ਗਿਆ ਜ਼ਹਿਰ ਦਾ ਪਿਆਲਾ। ਸੋ ਉਹ ਵਿਦਰੋਹ ਹੈ, ਇਹ ਬੇਬਸੀ ਹੈ, ਪਰ ਵਿਦਰੋਹ ਇਹਦੇ ਚੋਂ ਵੀ ਝਲਕਦਾ ਕਿਤੇ ਨਾ ਕਿਤੇ। ਅੱਜ ਦੇ ਸਮੇਂ ਹੁਣ ਵੀ ਇੱਕ ਦੌਰ ਚੱਲ ਰਿਹਾ ਹੈ ਜਿਹੜਾ ਕਹਿੰਦੀ ਸੰਘਰਸ਼ ਦਾ ਦੌਰ ਹੈ, ਕਦੇ ਖਤਮ ਨਹੀਂ ਹੁੰਦਾ ਪੰਜਾਬੀਆਂ ਲਈ। ਲਿਖਿਆ ਆਰਟੀਕਲ ਵੀ ਲਿਖੇ ਨੇ ਅੱਜ ਕੱਲ ਹੁਣ ਤੁਸੀਂ ਕੀ ਕਰ ਰਹੇ ਹੋ, ਕੀ ਲਿਖ ਰਹੇ ਹੋ? ਇੱਕ ਤਾਂ ਮੈਂ ਆਰਟੀਕਲ ਲਿਖਿਆ ਸੀ ਆਪਣੇ ਇਹ ਸੰਤ ਰਾਮ ਉਦਾਸੀ ਦਾ ਇੱਕ ਬਹੁਤ ਮਸ਼ਹੂਰ ਗੀਤ ਹੈ, ਗਲ ਲੱਗ ਕੇ ਸਿਰੀ ਦੇ ਜੱਟ ਰੋਇਆ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜਗਿਆ। ਪਰ ਮੈਂ ਹੁਣ ਹੋਰ ਕਹਿੰਦੀ ਹਾਂ, ਮੈਂ ਕਹਿੰਦੀ ਵੀ ਅੱਜ ਜੱਟ ਸਿਰੀ ਦੇ ਗਲ ਲੱਗ ਕੇ ਨਹੀਂ ਰੋਂਦਾ। ਜੱਟ ਤੋਂ ਭਾਵ ਇੱਕ ਕਿਸਾਨ ਹੈ, ਉਹਦੇ 'ਚ ਕੋਈ ਵੀ ਹੋ ਸਕਦਾ। ਜੱਟ ਇੱਕ ਜਾਤ ਨਹੀਂ, ਮੈਂ ਇੱਥੇ ਮਤਲਬ ਕਿ ਉਹਦੇ 'ਚ ਨਹੀਂ, ਇਹਨੂੰ ਇੱਕ ਕਿਸਾਨੀ ਦਾ ਬਿੰਬ ਹੈ, ਕਿਉਂਕਿ ਬਹੁਤ ਗਿਣਤੀ ਹੈ ਜਿਹੜੇ ਜੱਟ ਖੇਤੀਬਾੜੀ ਕਰਦੇ ਨੇ, ਤਾਂ ਮਜ਼ਦੂਰ ਵੀ ਆ ਗਿਆ ਵੀ ਹੁਣ ਉਹ ਸਿਰੀ ਦੇ ਗਲ ਲੱਗ ਕੇ ਨਹੀਂ ਰੋਂਦਾ। ਤੇ ਮੇਰਾ ਕਈ ਅਖਬਾਰਾਂ 'ਚ ਛਪਿਆ ਅਖਬਾਰ, ਇਹਦੇ 'ਚ ਫਿਰ ਮੈਂ ਸਾਰਾ ਕੁਝ ਦੱਸਿਆ ਵੀ ਜਦੋਂ ਇਹਨਾਂ ਨੇ ਲੋਟੂ ਜਮਾਤ ਨੇ ਦੇਖਿਆ ਨਾ ਸਾਰਾ ਕੁਝ ਵੀ ਇਹ ਹਰ ਪਾਸੇ ਘਾਟਾ ਪੈ ਰਿਹਾ। ਇੱਕ ਕਿਸਾਨ ਹੈ ਜਿਹਦੀ ਫਸਲ ਉਵੇਂ ਹੀ ਉੱਗਦੀ ਹੈ, ਉਵੇਂ ਹੀ ਉਹ ਖਾ ਰਹੇ ਹੈ। ਇਹਨਾਂ ਨੇ ਕਿਸਾਨੀ ਦਾ ਗਲਾ ਦਬਾਉਣ ਵਾਸਤੇ ਫਿਰ ਉਹ ਰੂਲ ਅਸੂਲ ਘੜ ਲਏ ਆਪਣੇ ਆਪ, ਜਿਨ੍ਹਾਂ ਨੂੰ ਮੈਂ ਕਹੂੰਗੀ ਵੀ ਰਾਤੋਂ ਰਾਤ ਘੜ ਲਏ। ਤੇ ਲਾਕਡਾਊਨ 'ਚ ਇਹਨਾਂ ਨੇ ਉਹ ਲਾਗੂ ਵੀ ਕਰ ਲਏ ਜੀ। ਚਲੋ ਜੋ ਵੀ ਹੋਇਆ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹੀ ਹੈ ਕਿਸ ਤਰ੍ਹਾਂ ਸਾਡੇ ਸੰਘਰਸ਼ ਕਰ ਰਹੇ ਨੇ ਕਿਸਾਨ। ਉਹ ਆਰਟੀਕਲ ਮੈਂ ਲਿਖਿਆ ਸੀ। ਫਿਰ ਇਹਨਾਂ ਨੇ ਕਦੇ ਉਹਨਾਂ ਨੂੰ ਪਾਤੀ ਕਹਿੰਦੇ ਨੇ, ਕਦੇ ਵੱਖਵਾਦੀ ਕਹਿੰਦੇ ਨੇ, ਤੇ ਕਦੇ ਕਹਿੰਦੇ ਨੇ ਜੱਟ ਬੂਟ। ਫਿਰ ਮੈਂ ਉਸ ਆਰਟੀਕਲ 'ਚ ਲਿਖਿਆ ਸੀ ਵੀ ਤੁਸੀਂ ਜੱਟ ਨੂੰ ਜੱਟ ਬੂਟ ਕਹਿੰਦੇ ਹੋ ਨਾ, ਇਹ ਤਾਂ ਉਹੋ ਜਿਹਾ ਬੂਟ ਹੈ, ਇਹਦਾ ਟੁੱਟਣਾ ਤਾਂ ਕੀ, ਇਹਦਾ ਤਾਂ ਤਲਬ ਨਹੀਂ ਘਸਦਾ, ਇਹਦੀ ਇੱਕ ਠੋਕਰ ਤਖਤ ਉਲਟਾਉਣ ਦੀ ਤਾਕਤ ਰੱਖਦੀ ਹੈ। ਇਹ ਮੈਂ ਕਿਸਾਨਾਂ ਦੇ ਹੱਕ 'ਚ ਲਿਖਿਆ ਸੀ ਕਿ ਆਪਾਂ ਕਿਸਾਨ ਹੈ ਜਿਹੜੇ ਪੇਂਡੂ ਹੈ, ਉਹ ਕਿਸੇ ਨਾ ਕਿਸੇ ਤਰ੍ਹਾਂ ਕਿਸਾਨੀ ਨਾਲ ਜੁੜੇ ਹੋਏ ਨੇ। ਹਾਂਜੀ। ਤੇ ਫਿਰ ਮੈਂ ਨਜ਼ਮਾਂ ਵੀ ਕੁਛ ਲਿਖੀਆਂ ਗਰਮ ਇਹਨਾਂ ਬਾਰੇ। ਇੱਕ ਨਾਲ ਜ਼ਰੂਰ ਮੈਂ ਕਹਿੰਦਾ ਜੀ ਪਈ ਹੈ, ਮੈਂ ਤੁਹਾਨੂੰ ਜੀ ਲਿਖੀਆਂ ਤਾਂ ਕਾਫੀ ਨੇ, ਪਰ ਉਹ ਛਪੀਆਂ ਨਹੀਂ ਅਜੇ, ਕਿਉਂਕਿ ਹੁਣ ਕਿਸੇ ਨਵੀਂ ਕਿਤਾਬ 'ਚ ਜਾਣਗੀਆਂ, ਕਰ ਰਹੀ ਹਾਂ ਤਿਆਰ। ਤੇ ਹੁਣ ਮੇਰੀ ਇੱਕ ਮੈਂ ਤੁਹਾਨੂੰ ਹੋਰ ਜਾਣਕਾਰੀ ਦਿੰਦੀ ਹਾਂ, ਮੇਰੀ ਕਿਤਾਬ ਨਿਬੰਧ ਸੰਗ੍ਰਹਿ ਜੀ ਮੌਲੀ ਦੀਆਂ ਤੰਦਾਂ ਛਪ ਰਹੀ ਹੈ। ਉਹ ਹੈਗੀ ਆ ਵੀ ਇਹੀ ਆਪਣੇ ਸਮੁੱਚੇ ਪੇਂਡੂ ਜੀਵਨ ਤੇ ਕਿਸਾਨੀ ਤੇ ਰਾਜਨੀਤੀ ਤੇ ਵੀ ਔਰਤ ਤੇ, ਉਹ ਮਤਲਬ ਮੌਲੀ ਦੇ ਤੰਦਾਂ ਵਾਂਗ ਨਾ ਉਹ ਰੰਗ ਬਰੰਗੀ ਹੈ। ਹਾਂਜੀ। ਉਹ ਤੁਹਾਨੂੰ ਇਹੀ ਸੁਣਾ ਦਿੰਦੀ ਜਿਹੜਾ ਪਹਿਲਾਂ ਆ ਗਿਆ। ਇਹ ਹੈਗੀ ਨਜ਼ਮ ਦਾ ਮੈਂ ਨਾਂ ਰੱਖਿਆ ਸੀ ਮੁਰਸ਼ਿਦ ਲੱਭਣ ਚੱਲੇ। ਮੁਰਸ਼ਿਦ ਲੱਭਣ ਚੱਲੇ। ਹਾਂਜੀ ਹਾਂ। ਬੁੱਲੇ ਸ਼ਾਹ ਕਰ ਤੇਰੀਆਂ ਰੀਸਾਂ, ਅਸੀਂ ਮੁਰਸ਼ਿਦ ਲੱਭਣ ਚੱਲੇ। ਬੁੱਲੇ ਸ਼ਾਹ ਕਰ ਤੇਰੀਆਂ ਰੀਸਾਂ, ਅਸੀਂ ਮੁਰਸ਼ਿਦ ਲੱਭਣ ਚੱਲੇ। ਮੋਢੇ ਖੱਫਣੀ ਪੈਰੀਂ ਘੁੰਗਰੂ, ਹੋਰ ਨਹੀਂ ਕੋਈ ਪੱਲੇ। ਮੋਢੇ ਖੱਫਣੀ ਪੈਰੀਂ ਘੁੰਗਰੂ, ਹੋਰ ਨਹੀਂ ਕੋਈ ਪੱਲੇ। ਬੁੱਲੇ ਸ਼ਾਹ ਅਸੀਂ ਦਰ ਦਰ ਫਿਰੀਏ, ਬੁੱਲੇ ਸ਼ਾਹ ਅਸੀਂ ਦਰ ਦਰ ਫਿਰੀਏ। ਲੋਕ ਕਹਿਣ ਸਾਨੂੰ ਝੱਲਾ, ਲੋਕ ਕਹਿਣ ਸਾਨੂੰ ਝੱਲਾ। ਰੋੜੇ ਬੱਟੇ ਮਾਰਨ ਸਾਨੂੰ, ਮੁਰਸ਼ਿਦ ਨਾ ਫੜਿਆ ਪੱਲਾ।
ਰੋੜੇ ਬੱਟੇ ਮਾਰਨ ਸਾਨੂੰ ਮੁਰਸ਼ਿਦ ਨਾ ਫੜਿਆ ਪੱਲਾ। ਬੁੱਲੇ ਸ਼ਾਹ ਕੁਝ ਸਮਝ ਨਾ ਆਵੇ, ਬੁੱਲੇ ਸ਼ਾਹ ਕੁਝ ਸਮਝ ਨਾ ਆਵੇ, ਮਾਰੇ ਮਾਰੇ ਘੁੰਮੀਏ, ਜਿਹੜੇ ਸਾਨੂੰ ਮਾਰਨ ਮੁੱਕੀਆਂ ਪੈਰ ਤਿਨਾਂ ਦੇ ਚੁੰਮੀਏ। ਬੁੱਲੇ ਸ਼ਾਹ ਇੱਕ ਫੱਕਰ ਮਿਲਿਆ, ਬੁੱਲੇ ਸ਼ਾਹ ਇੱਕ ਫੱਕਰ ਮਿਲਿਆ, ਕਹਿੰਦਾ ਕਿੱਧਰ ਫਿਰਦਾ ਸਾਈਆਂ। ਅਸੀਂ ਕਿਹਾ ਅਸੀਂ ਸਾਈਂ ਨੂੰ ਲੱਭਦੇ, ਤੂੰ ਕੀ ਆਖ ਸੁਣਾਈਆਂ। ਉਹ ਕਹਿੰਦਾ ਹੁਣ ਸਾਈਂ ਤੇ ਮੁਰਸ਼ਿਦ ਲੋਕਾਂ ਵਿੱਚ ਨਾ ਰਹਿੰਦੇ, ਉਹ ਕਹਿੰਦਾ ਹੁਣ ਸਾਈਂ ਤੇ ਮੁਰਸ਼ਿਦ ਲੋਕਾਂ ਵਿੱਚ ਨਾ ਰਹਿੰਦੇ, ਮਹਿਲਾਂ ਵਿੱਚ ਨਿਵਾਸ ਉਹਨਾਂ ਦਾ ਤਖਤਾਂ ਉੱਤੇ ਬਹਿੰਦੇ। ਬੁੱਲੇ ਸ਼ਾਹ ਗੱਲ ਫੱਕਰ ਦੀ ਸੁਣ ਕੇ ਮੈਂ ਤੁਰ ਪਿਆ ਸ਼ਹਿਰਾਂ ਵੱਲੇ। ਬੁੱਲੇ ਸ਼ਾਹ ਗੱਲ ਫੱਕਰ ਦੀ ਸੁਣ ਕੇ ਮੈਂ ਤੁਰ ਪਿਆ ਸ਼ਹਿਰਾਂ ਵੱਲੇ, ਦੇਖਿਆ ਮੇਰੇ ਵਰਗੇ ਲੱਖਾਂ ਬੈਠੇ ਨੀਲੀ ਛੱਤ ਥੱਲੇ। ਬੁੱਲੇ ਸ਼ਾਹ ਸਵਾ ਸ਼ਹੀਦੀ ਵਾਂਗੂ ਥਾਂ ਥਾਂ ਲੰਗਰ ਲੱਗੇ, ਬੁੱਲੇ ਸ਼ਾਹ ਸਵਾ ਸ਼ਹੀਦੀ ਵਾਂਗੂ ਥਾਂ ਥਾਂ ਲੰਗਰ ਲੱਗੇ, ਥਾਂ ਥਾਂ ਲੱਗੇ ਲੰਗਰ, ਸੋਚੀ ਜਾਵਾਂ ਕਿਉਂ ਬਾਹਰ ਨਹੀਂ ਆਉਂਦੇ, ਵੜ ਬੈਠੇ ਨੇ ਅੰਦਰ। ਕਿਤੇ ਜੰਗਲੇ, ਕਿਤੇ ਕਿੱਲੇ ਕਿੱਲੀਆਂ, ਕਿਤੇ ਮੇਖਾਂ ਪਾਏ ਪੰਗੇ, ਕਿਤੇ ਜੰਗਲੇ, ਕਿਤੇ ਕਿੱਲੇ ਕਿੱਲੀਆਂ, ਕਿਤੇ ਮੇਖਾਂ ਪਾਏ ਪੰਗੇ। ਨੇੜੇ ਜਾ ਕੇ ਦੇਖਿਆ ਥਾਂ ਥਾਂ ਲਾਏ ਅੜੰਗੇ। ਰੋਕਾਂ ਲਾਏ। ਹਾਂਜੀ, ਬੁੱਲੇ ਸ਼ਾਹ ਨੇੜੇ ਜਾ ਦੇਖਿਆ ਥਾਂ ਥਾਂ ਲਾਏ ਅੜੰਗੇ। ਬੁੱਲੇ ਸ਼ਾਹ ਧੱਕੇ ਧੋੜੇ ਖਾਂਦਾ, ਮੈਂ ਤਾਂ ਜਾ ਨੱਚਿਆ ਦਰਬਾਰੇ। ਬੁੱਲੇ ਸ਼ਾਹ ਧੱਕੇ ਧੋੜੇ ਖਾਂਦਾ, ਮੈਂ ਤਾਂ ਜਾ ਨੱਚਿਆ ਦਰਬਾਰੇ। ਖੱਫਣੀ ਡਿੱਗ ਪਈ, ਘੁੰਗਰੂ ਟੁੱਟ ਗਏ, ਦਰਵਾਨਾ ਕਹਿਰ ਗੁਜ਼ਾਰੇ। ਖੱਫਣੀ ਡਿੱਗ ਪਈ, ਘੁੰਗਰੂ ਟੁੱਟ ਗਏ, ਦਰਵਾਨਾ ਕਹਿਰ ਗੁਜ਼ਾਰੇ। ਮੈਂ ਆਖਿਆ ਪੈ ਢੱਠੇ ਖੂਹ ਵਿੱਚ, ਮੈਂ ਆਖਿਆ ਪੈ ਢੱਠੇ ਖੂਹ ਵਿੱਚ, ਮੈਂ ਜ਼ਾਲਮ ਮੁਰਸ਼ਿਦ ਕੀ ਕਰਨਾ। ਜਾ ਪੁੱਜਾ ਗੰਗਾ ਮਈਆ ਕੋਲ ਕਿ ਤੇਰੀ ਗੋਦ 'ਚ ਮਰਨਾ ਹੈ। ਜਾ ਪੁੱਜਾ ਗੰਗਾ ਮਈਆ ਕੋਲ ਕਿ ਤੇਰੀ ਗੋਦ 'ਚ ਮਰਨਾ ਹੈ। ਬੁੱਲੇ ਸ਼ਾਹ ਜਦ ਗੰਗਾ ਦੇਖੀ, ਬੁੱਲੇ ਸ਼ਾਹ ਜਦ ਗੰਗਾ ਦੇਖੀ, ਲਾਸ਼ਾਂ ਹੀ ਲਾਸ਼ਾਂ ਦਿਸੀ। ਕੋਈ ਫੁੱਲ ਕੇ ਉੱਤੇ ਤਰਦੀ, ਕੋਈ ਫੁੱਲ ਕੇ ਉੱਤੇ ਤਰਦੀ, ਗਿਰਜਾਂ ਚੂੰਡਣ ਜੋ ਬਚੀਆਂ, ਗਿਰਜਾਂ ਚੂੰਡਣ ਜੋ ਫਿਸੀਆਂ। ਕਿੱਥੇ ਡੁੱਬ ਮਰਾਂ ਮੈਂ ਬੁੱਲਿਆ, ਕਿੱਥੇ ਡੁੱਬ ਮਰਾਂ ਮੈਂ ਬੁੱਲਿਆ, ਇੱਥੇ ਥਾਂ ਨਾ ਕੋਈ, ਬਹਿ ਕੇ ਗੰਗਾ ਕਿਨਾਰੇ ਮੇਰੀ ਰੂਹ ਅੰਬਰਾਂ ਤੱਕ ਰੋਈ, ਬਹਿ ਕੇ ਗੰਗਾ ਕਿਨਾਰੇ ਮੇਰੀ ਰੂਹ ਅੰਬਰਾਂ ਤੱਕ ਰੋਈ। ਬੁੱਲੇ ਸ਼ਾਹ ਇਸ ਜ਼ੁਲਮੀ ਦੇ ਰਾਜ 'ਚ ਮੁਰਦੇ ਲਈ ਨਹੀਂ ਲੱਕੜਾਂ, ਬੁੱਲੇ ਸ਼ਾਹ ਇਸ ਜ਼ੁਲਮੀ ਦੇ ਰਾਜ 'ਚ ਮੁਰਦੇ ਲਈ ਨਹੀਂ ਲੱਕੜਾਂ। ਹਵਾ ਦਵਾਈਆਂ, ਹਵਾ ਦਵਾਈਆਂ ਮਿਲਣ ਬਲੈਕ 'ਚ, ਸਾਹ ਖਿੱਚ ਲਏ ਇਹਨਾਂ ਰਫੜਾਂ। ਬੁੱਲੇ ਸ਼ਾਹ ਮੇਰੀ ਖਫਣੀ ਘੁੰਗਰੂ ਲੁੱਟ ਲਈ ਉਹਦੇ ਦਰਵਾਨਾ। ਬੁੱਲੇ ਸ਼ਾਹ ਮੇਰੀ ਖਫਣੀ ਘੁੰਗਰੂ ਲੁੱਟ ਲਈ ਉਹਦੇ ਦਰਵਾਨਾ। ਹੱਕ ਲਈ ਲੜਨ, ਹੱਕ ਲਈ ਲੜਨ ਸੋਈ ਮੁਰਸ਼ਿਦ, ਮੈਂ ਆ ਬੈਠਿਆ ਵਿੱਚ ਕਿਸਾਨਾਂ। ਹੱਕ ਲਈ ਲੜਨ ਸੋਈ ਮੁਰਸ਼ਿਦ, ਮੈਂ ਆ ਬੈਠਿਆ ਕਿਸਾਨਾਂ। ਤੇ ਵੀ ਜੀ ਬਹੁਤ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਕਤ ਦੇਣ ਦੇ ਲਈ। ਕਾਫੀ ਗੱਲਾਂ ਤੁਸੀਂ ਜਾਣਕਾਰੀ ਸਾਨੂੰ ਸਾਂਝੀ ਕੀਤੀ ਹੈ ਤੇ ਕਿਤਾਬਾਂ ਬਾਰੇ ਜਾਣ ਕੇ ਵੀ ਬੜੀ ਖੁਸ਼ੀ ਹੋਈ ਤੇ ਉਮੀਦ ਕਰਦੇ ਹਾਂ ਕਿ ਇੱਦਾਂ ਹੀ ਤੁਸੀਂ ਲਿਖਦੇ ਰਹੋ ਤੇ ਪੰਜਾਬੀ ਸਾਹਿਤ ਨੂੰ ਤੇ ਸਾਨੂੰ ਤੁਸੀਂ ਹੋਰ ਜਿਹੜੀਆਂ ਕਿਤਾਬਾਂ ਝੋਲੀ ਪਾਓ ਤਾਂ ਜੋ ਸਾਡੇ ਗਿਆਨ 'ਚ ਵੀ ਹੋਰ ਵਾਧਾ ਹੋਵੇ ਤੇ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਗੱਲਾਂ ਜਿਹੜੀਆਂ ਹੁਣ ਵਿਸਰੀਆਂ ਜਾ ਰਹੀਆਂ ਉਹਨੂੰ ਅਸੀਂ ਕਿਤਾਬਾਂ ਨਾਲ ਹੀ ਸਾਂਭ ਸਕੀਏ। ਬਹੁਤ ਕੋਸ਼ਿਸ਼ ਕੀਤੀ ਹੈ ਵੀ ਇਹ ਲਿਖੀਏ, ਸਾਂਭੀਆਂ ਜਾਣ, ਅੱਗੇ ਅੱਗੇ ਤਾਂ ਲੱਭਣੀਆਂ ਹੀ ਨਹੀਂ ਕਿਉਂਕਿ ਬਜ਼ੁਰਗ ਰਹਿਣੇ ਨਹੀਂ ਤੇ ਇਹ ਸਾਨੂੰ ਕੌਣ ਦੱਸੂਗਾ, ਕਿਤਾਬਾਂ 'ਚੋਂ ਹੀ ਲੱਭਾਂਗੇ। ਤੇ ਤੁਸੀਂ ਕਰ ਰਹੇ ਹੋ ਉਪਰਾਲਾ, ਇਦਾਂ ਹੀ ਤੋਂ ਸਿੱਖ ਕੇ ਹੋਰ ਵੀ ਕਰਨਗੇ। ਕਰਦੀ ਰਹਿੰਦੀ ਹਾਂ ਜੀ। ਮੈਂ ਇੱਕ ਲਿਖਿਆ ਸੀ ਜਿਹੜੀ ਪੰਜੀਰੀ ਰਲਾਉਂਦੇ ਹੁੰਦੇ ਸੀ ਪਿੰਡਾਂ 'ਚ, ਉਹ ਹੁਣ ਪਤਾ ਹੀ ਨਹੀਂ, ਉਹ ਮੇਰੀ ਮਾਂ ਮੈਨੂੰ ਲਿਖ ਕੇ ਦੇ ਗਈ ਸੀ। ਉਹ ਮੈਂ ਸਾਰਾ ਉਹਦੇ 'ਚ ਆਪਣੀ ਕਿਤਾਬ 'ਚ ਪਾਇਆ ਹੋਇਆ ਇੱਕ 'ਚ, ਜਿਹੜੀ ਉਹ BC ਸਾਹਿਬ ਨੇ ਗੱਲ ਕੀਤੀ। ਜ਼ਰੂਰ ਫਿਰ ਮੈਂ ਕਹਾ ਵੀ ਦਰਸ਼ਕਾਂ ਨੂੰ ਅਪੀਲ ਹੈ ਵੀ ਜ਼ਰੂਰ ਕਿਤਾਬਾਂ ਲੈ ਕੇ ਪੜ੍ਹਨ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਭਾਵੇਂ ਉਹ ਅੱਜ ਤਾਂ ਨਹੀਂ ਪਰ ਤੁਹਾਨੂੰ ਪਤਾ ਜ਼ਰੂਰ ਹੋਣਾ ਚਾਹੀਦਾ। ਹਾਂਜੀ ਹਾਂਜੀ ਤੇ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਵਕਤ ਦੇਣ ਦੇ ਲਈ ਤੇ ਸਮਾਂ ਦੇਣ ਦੇ ਲਈ ਤੇ ਇੰਨੀਆਂ ਗੱਲਾਂ ਬਾਤਾਂ ਦੇ ਲਈ ਵਿਜ਼ਨ ਬਹੁਤ ਬਹੁਤ ਪੰਜਾਬ ਧੰਨਵਾਦ ਦੀ ਤੁਹਾਡੀ ਸਮੁੱਚੀ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ। ਬਹੁਤ ਮਿਹਰਬਾਨੀ, ਤੁਸੀਂ ਮੇਰੀਆਂ ਗੱਲਾਂ ਬਹੁਤ ਧਿਆਨ ਨਾਲ ਸੁਣੀਆਂ ਤੇ ਸਰੋਤਿਆਂ ਨੂੰ ਮੇਰਾ ਖਿਆਲ ਹੈ ਜ਼ਰੂਰ ਪਸੰਦ ਆਈਆਂ ਹੋਣਗੀਆਂ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ।
ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਪਰਮਜੀਤ ਕੌਰ ਸਰਹੰਦ ਜੀ ਉਹਨਾਂ ਦੇ ਨਾਲ, ਜਿਨ੍ਹਾਂ ਨੇ ਆਪਣੀਆਂ ਕਿਤਾਬਾਂ ਦੇ ਬਾਰੇ ਤੇ ਜ਼ਿੰਦਗੀ ਦੇ ਸਫ਼ਰ ਦੇ ਬਾਰੇ ਸਾਡੇ ਨਾਲ ਸਾਂਝ ਪਾਈ। ਗੱਲ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਦਰਦ ਹਰ ਇੱਕ ਇਨਸਾਨ ਨੂੰ ਮਿਲਦਾ, ਪਰ ਦਰਦ ਨੂੰ ਹੰਢਾ ਕੇ ਮੰਜ਼ਿਲਾਂ ਦੇ ਵੱਲ ਤੁਰਨਾ ਹੀ ਅਸਲ ਹੌਸਲੇ ਵਾਲੀ ਗੱਲ ਹੁੰਦੀ ਹੈ। ਤੇ ਇਸ ਹੌਸਲਾ ਉਹਨਾਂ ਨੂੰ ਕਲਮ ਨੇ ਦਿੱਤਾ ਤੇ ਨਾਲ ਦੀ ਨਾਲ ਇਸ ਕਲਮ ਦੇ ਰਾਹੀਂ ਉਹਨਾਂ ਦਾ ਲੋਕਾਂ ਨੂੰ ਵੀ ਸੁਨੇਹਾ ਹੈ ਕਿ ਜ਼ਿੰਦਗੀ 'ਚ ਭਾਵੇਂ ਲੱਖ ਦਰਦ ਹੋਣ, ਪਰ ਤੁਹਾਨੂੰ ਇਹਨਾਂ ਨੂੰ ਬਰਦਾਸ਼ਤ ਕਰਕੇ ਸਬਰ ਦੇ ਨਾਲ ਅੱਗੇ ਵਧਣਾ ਪੈਂਦਾ। ਤੇ ਖਾਸ ਤੌਰ 'ਤੇ ਪੰਜਾਬੀ ਸੱਭਿਆਚਾਰ ਦੀ ਗੱਲ ਉਹਨਾਂ ਦੀਆਂ ਕਿਤਾਬਾਂ ਕਰਦੀਆਂ ਨੇ, ਕਿਉਂਕਿ ਬਦਲਦੇ ਵਕਤ ਦੇ ਨਾਲ ਭਾਵੇਂ ਬਹੁਤ ਕੁਝ ਬਦਲ ਗਿਆ, ਪਰ ਇਸ ਨੂੰ ਸੰਭਾਲਣਾ ਵੀ ਸਾਡਾ ਵਕਤ ਦੀ ਲੋੜ ਹੈ। ਇਹ ਕਹਿ ਕੇ ਕਿ ਜ਼ਿੰਦਗੀ ਹੁਣ ਬਦਲਦੀ ਜਾ ਰਹੀ ਹੈ ਤੇ ਸਾਨੂੰ ਸਾਡੇ ਪੁਰਾਤਨ ਵਿਰਸੇ ਦੀ ਕੋਈ ਜ਼ਰੂਰਤ ਨਹੀਂ, ਤਾਂ ਇਹ ਵੀ ਇੱਕ ਤਰੀਕੇ ਦਾ ਆਪਣੇ ਵਿਰਸੇ ਦੇ ਨਾਲ ਗੱਦਾਰੀ ਕਰਨਾ ਹੀ ਹੈ। ਸੋ ਭਾਵੇਂ ਯੁੱਗ ਬਦਲ ਰਿਹਾ, ਪਰ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀ ਪੁਰਾਤਨ ਲੋਕ ਸੰਗੀਤ ਨੇ, ਸੱਭਿਆਚਾਰ ਹੈ, ਇਸ ਨੂੰ ਜ਼ਰੂਰ ਜ਼ਿਹਨ ਦੇ ਵਿੱਚ ਤਾਂ ਘੱਟੋ ਘੱਟ ਸੰਭਾਲ ਕੇ ਰੱਖੀਏ ਤੇ ਆਉਣ ਵਾਲੀ ਪੀੜ੍ਹੀ ਨੂੰ ਇਸ ਬਾਰੇ ਜ਼ਰੂਰ ਜਾਣੂ ਕਰਾਈਏ। ਸੋ ਉਮੀਦ ਕਰਦਾ ਦਰਸ਼ਕਾਂ ਨੇ ਵੀ ਇਸ ਗੱਲਬਾਤ ਦਾ ਆਨੰਦ ਮਾਣਿਆ ਹੋਵੇਗਾ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਕਲਮਕਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ ਹੈ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।